ਹੈਲੋ एवरीवन, ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸਿਸ ਉੱਤੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਡਿਫਰੈਂਟ ਟੌਪਿਕਸ ਨੂੰ ਵਿਦ ਥਿਊਰੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਆਪਾਂ ਥਿਊਰੀ ਕੰਪਲੀਟ ਕਰਨ ਤੋਂ ਬਾਅਦ ਆਪਾਂ ਉਹਨਾਂ ਦੇ ਐਮਸੀਕਿਊ ਡਿਸਕਸ ਕਰਾਂਗੇ ਟੌਪਿਕ ਵਾਈਜ਼ ਟੌਪਿਕ। ਸੋ ਜਿਵੇਂ ਤੁਹਾਨੂੰ ਸਟਾਰਟਿੰਗ ਕੀਤੀ ਸੀ, ਜਿਸ ਤਰੀਕੇ ਦੇ ਨਾਲ ਆਪਾਂ ਨੂੰ ਸਿਲੇਬਸ ਮੈਂਸ਼ਨ ਕੀਤਾ ਹੋਇਆ ਹੈ, ਉਸੇ ਤਰੀਕੇ ਦੇ ਨਾਲ ਆਪਾਂ ਟੌਪਿਕ ਵਾਈਜ਼ ਟੌਪਿਕ ਸਾਰੇ ਹੀ ਟੌਪਿਕਸ ਦੀ ਥਿਊਰੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਸਟਲੀ ਆਪਾਂ ਸਟਾਰਟ ਕੀਤਾ ਸੀ ਕਿ ਪੰਜਾਬ ਦੇ ਫਿਜ਼ੀਕਲ ਫੀਚਰਸ ਕੀ ਨੇ, ਡਰੇਨੇਜ ਸਿਸਟਮ ਕੀ ਹੈ, ਪੰਜਾਬ ਦਾ ਲਿਟਰੇਚਰ ਕੀ ਹੈ, ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਫੇਅਰ ਐਂਡ ਫੈਸਟੀਵਲਸ ਮਨਾਏ ਜਾਂਦੇ ਨੇ। ਆਲਰੇਡੀ ਆਪਾਂ ਇਹਨਾਂ ਚੀਜ਼ਾਂ ਨੂੰ ਕਵਰ ਕਰ ਚੁੱਕੇ ਹਾਂ। ਸੋ ਅੱਜ ਆਪਾਂ ਪੰਜਾਬ ਦੇ ਗੁਰੂਸ ਬਾਰੇ ਸਟੱਡੀ ਕਰਨਾ ਹੈ ਕਿ ਸਿੱਖਾਂ ਦੇ ਕਿਹੜੇ ਗੁਰੂ ਸਾਹਿਬਾਨ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੀ ਹਿਸਟਰੀ ਐਂਡ ਕਲਚਰ ਦੇ ਵਿੱਚ ਕੀ ਕੰਟਰੀਬਿਊਸ਼ਨ ਦਿੱਤਾ ਹੈ। ਦੇਖੋ, ਹਰ ਇੱਕ ਸਿੱਖ ਗੁਰੂ, ਪਹਿਲੀ ਗੱਲ ਤਾਂ ਜਦੋਂ ਪੰਜਾਬ ਦੀ ਜੀਕੇ ਆਪਾਂ ਪੜ੍ਹਨੀ ਸਟਾਰਟ ਕਰਨੀ ਹੈ ਤਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਗੁਰੂ ਦੀ ਹਿਸਟਰੀ ਆਉਂਦੀ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਸੋ ਆਪਾਂ ਹਰ ਇੱਕ ਗੁਰੂ ਬਾਰੇ ਬਾਈ ਡਿਟੇਲ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਐਗਜ਼ਾਮੀਨਰ ਜਿੱਥੋਂ ਵੀ ਕੁਐਸਚਨ ਚੱਕਣ ਦੀ ਕੋਸ਼ਿਸ਼ ਕਰੇ ਸਾਨੂੰ ਐਵੇਂ ਹੋਵੇ ਕਿ ਅਸੀਂ ਇਸ ਟੌਪਿਕ ਨੂੰ ਪੂਰੀ ਡਿਟੇਲ ਦੇ ਨਾਲ ਕਵਰ ਕੀਤਾ ਹੋਇਆ। ਸੋ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕੁਐਸਚਨ ਦਾ ਐਗਜ਼ਾਮ ਦੇ ਵਿੱਚ ਆਨਸਰ ਕਰ ਹੀ ਲਵਾਂਗੇ। ਸੋ ਲੈਟਸ ਸਟਾਰਟ ਵੀ ਅੱਜ ਦਾ ਲੈਕਚਰ ਨੂੰ ਸਟਾਰਟ ਕਰਦੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ। ਤੁਹਾਨੂੰ ਦੇਖ ਰਹੇ ਨੇ ਸਿੱਖਾਂ ਦੇ ਜੋ ਸਿੱਖ ਧਰਮ ਦੀ ਸ਼ੁਰੂਆਤ ਹੋਈ ਸੀ, ਜੋ ਸਿੱਖੀ ਦੀ ਸ਼ੁਰੂਆਤ ਹੋਈ ਸੀ, ਉਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਕਿਹੜੇ ਨੇ। ਸੋ ਪਹਿਲੇ ਗੁਰੂ ਸਾਹਿਬਾਨ ਹੋਏ ਨੇ ਸਿੱਖਾਂ ਦੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਰਿਗਾਰਡਿੰਗ ਐਗਜ਼ਾਮ ਦੇ ਵਿੱਚ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ। ਸਿੱਖ ਧਰਮ ਦੀ ਨੀਂਹ ਰੱਖੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਹੀ ਰੱਖੀ ਗਈ ਸੀ। ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਹੋਇਆ ਸੀ ਉਹ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ। ਗੁਰੂ ਨਾਨਕ ਦੇਵ ਜੀ ਜੋਤੀ ਜੋ ਸਮਾਏ ਸੀ, ਕਿੱਥੇ ਸਮਾਏ ਸੀ, ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਹੋਇਆ ਸੀ 1469 ਦੇ ਵਿੱਚ ਰਾਏ ਭੋਏ ਦੀ ਤਲਵੰਡੀ, ਜੋ ਅੱਜ ਕੱਲ੍ਹ ਕਿੱਥੇ ਮਿਲਦੀ ਹੈ, ਪਾਕਿਸਤਾਨ ਦੇ ਵਿੱਚ ਮਿਲਦੀ ਹੈ। ਸੋ ਗੁਰੂ ਨਾਨਕ ਦੇਵ ਜੀ ਦਾ ਜੋ ਬਰਥ ਹੋਇਆ ਸੀ ਉਹ ਕਦੋਂ ਹੋਇਆ ਸੀ, 1469 ਦੇ ਵਿੱਚ ਹੋਇਆ ਸੀ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੋਇਆ ਸੀ, ਜੋ ਅੱਜ ਕੱਲ੍ਹ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਫੇਮਸ ਹੈ ਤੇ ਅੱਜ ਕੱਲ੍ਹ ਕਿੱਥੇ ਪਾਇਆ ਜਾਂਦਾ ਹੈ, ਸਾਡਾ ਪਾਕਿਸਤਾਨ ਦੇ ਵਿੱਚ ਪਾਇਆ ਜਾਂਦਾ ਹੈ। ਬਹੁਤ ਈਜ਼ੀ ਜਿਹੀਆਂ ਟਰਮਸ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਈਜ਼ੀ ਤਰੀਕੇ ਨਾਲ ਯਾਦ ਰੱਖਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਬਰਥ ਕਦੋਂ ਹੋਇਆ, ਕਿੱਥੇ ਹੋਇਆ ਤੇ ਅੱਜ ਕੱਲ੍ਹ ਉਸ ਸਥਾਨ ਨੂੰ ਕਿਸ ਨਾਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੋ ਨੈਕਸਟ ਆਪਾਂ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋ ਬਰਥ ਐਨੀਵਰਸਰੀ ਹੈ, ਉਹਨਾਂ ਦਾ ਗੁਰਪੁਰਬ ਹੈ, ਉਹਨਾਂ ਦਾ ਜਨਮ ਦਿਨ ਹੈ, ਉਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਪੂਰਨਮਾਸ਼ੀ। ਪੂਰਨਮਾਸ਼ੀ ਕੀ ਹੁੰਦਾ ਹੈ, ਜਦੋਂ ਪੂਰਾ ਚੰਨ ਚੜਿਆ ਹੁੰਦਾ ਹੈ। ਪੂਰਨਮਾਸ਼ੀ ਦੀ ਦਿਨ ਇਨ ਦਾ ਲੁਨਾਰ ਮੰਥ ਆਫ ਕੱਤਕ ਦੇ ਮਹੀਨੇ ਦੇ ਵਿੱਚ। ਹੁਣ ਐਗਜ਼ਾਮੀਨਰ ਕੁਐਸਚਨ ਕਿਸ ਤਰੀਕੇ ਨਾਲ ਪੁੱਛਦਾ ਹੈ ਕਿ ਕਿਹੜੇ ਮਹੀਨੇ ਦੇ ਵਿੱਚ। ਹੁਣ ਤੁਹਾਨੂੰ ਅੰਗਰੇਜ਼ੀ ਮਹੀਨੇ ਨਹੀਂ, ਦੇਸੀ ਮਹੀਨੇ ਪਾਏਗਾ, ਜਿਹਦੇ ਕਰਕੇ ਬਹੁਤ ਸਾਰੇ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਸੋ ਗੁਰੂ ਨਾਨਕ ਦੇਵ ਜੀ ਦਾ ਜੋ ਬਰਥ ਹੋਇਆ ਸੀ ਉਹ ਕੱਤਕ ਦੇ ਮਹੀਨੇ ਦੇ ਵਿੱਚ, ਦੈਟ ਮੀਨਸ ਅਕਤੂਬਰ ਔਰ ਨਵੰਬਰ ਦੇ ਮਹੀਨੇ ਦੇ ਵਿੱਚ ਹੋਇਆ ਸੀ। ਸੋ ਅੱਜ ਜੇ ਅਸੀਂ ਹੁਣ ਦੀ ਗੱਲ ਕਰੀਏ ਤਾਂ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਜੋ ਬਰਥ ਐਨੀਵਰਸਰੀ ਹੈ, ਜੋ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਦਿਵਸ ਹੈ, ਉਹ ਕੱਤਕ ਦੇ ਮਹੀਨੇ ਦੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਬਰਥ ਕਿੰਨਾ ਦੀ ਕੁੱਖੋਂ ਤੇ ਕਿੰਨਾ ਦੇ ਘਰ ਹੋਇਆ ਸੀ, ਸੋ ਪਤਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਕੀ ਸੀ ਤੇ ਪਿਤਾ ਜੀ ਦਾ ਨਾਮ ਕੀ ਸੀ। ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਸੋ ਇਹ ਵੀ ਯਾਦ ਰੱਖਣਯੋਗ ਚੀਜ਼ਾਂ ਨੇ, ਤੁਸੀਂ ਯਾਦ ਰੱਖਣੀ ਹੈ। ਮਾਤਾ ਦਾ ਨਾਮ ਤ੍ਰਿਪਤਾ ਦੇਵੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਜੋ ਵੱਡੇ ਸਿਸਟਰ ਸਨ ਜਿਨ੍ਹਾਂ ਦਾ ਨਾਮ ਸੀ ਬੇਬੇ ਨਾਨਕੀ। ਦੇਖੋ, ਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਦੋਂ ਤੋਂ ਹੀ ਉਹ ਆਪਣੀ ਇੱਕ ਰੱਬ ਦੀ ਦੁਨੀਆ ਦੇ ਵਿੱਚ ਰਹਿੰਦੇ ਸਨ, ਜਿੱਦਾਂ ਕਰਕੇ ਉਹਨਾਂ ਦੇ ਫਾਦਰ ਨੂੰ ਥੋੜੀ ਦਿੱਕਤ ਰਹਿੰਦੀ ਸੀ ਕਿ ਇਹ ਜੋ ਮੇਰਾ ਲੜਕਾ ਹੈ ਅੱਗੇ ਜਾ ਕੇ ਕਿਸ ਤਰੀਕੇ ਦੇ ਨਾਲ ਆਪਣੀ ਗ੍ਰਸਥੀ, ਆਪਣੇ ਜੀਵਨ ਨੂੰ ਸਪੈਂਡ ਕਰੇਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਮਨ ਰੱਬ ਦੀ ਭਗਤੀ ਤੋਂ ਇਲਾਵਾ ਹੋਰ ਕਿਤੇ ਲੱਗਦਾ ਨਹੀਂ ਸੀ। ਬਟ ਗੁਰੂ ਨਾਨਕ ਦੇਵ ਜੀ ਦੇ ਜੋ ਸਿਸਟਰ ਸਨ ਬੇਬੇ ਨਾਨਕੀ ਜੀ, ਉਹ ਉਹਨਾਂ ਨੂੰ ਭਲੀ ਭਾਂਤ ਪਹਿਚਾਨਦੇ ਸਨ ਜਾਂ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਦੇ ਸਨ। ਸੋ ਆਪਾਂ ਗੱਲ ਕਰਦੇ ਹਾਂ ਨੈਕਸਟ, ਅੱਗੇ ਗੱਲ ਕਰੀਏ। ਕਹਿੰਦੇ ਜਦੋਂ ਦੇਖੋ ਗੁਰੂ ਨਾਨਕ ਦੇਵ ਜੀ ਨੂੰ ਡਿਫਰੈਂਟ
ਡਿਫਰੈਂਟ ਉਮਰ ਦੇ ਅਲੱਗ-ਅਲੱਗ ਉਮਰ ਦੇ ਭਾਗਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਕੋਲ ਪੜ੍ਹਨ ਦੇ ਲਈ ਭੇਜਿਆ ਗਿਆ। ਜਿਵੇਂ ਲਿਖਿਆ ਹੋਇਆ ਕਹਿੰਦੇ ਐਟ ਦ ਏਜ ਆਫ 7 ਗੁਰੂ ਨਾਨਕ ਦੇਵ ਵਾਸ ਸੈਂਟ ਟੂ ਪੰਡਿਤ ਗੋਪਾਲ ਫॉर ਲਰਨਿੰਗ ਦੇਵਨਾਗਰੀ ਐਂਡ ਮੈਥਸ। ਕਹਿੰਦੇ ਜਦੋਂ 7 ਸਾਲ ਦੇ ਸਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਪੰਡਿਤ ਗੋਪਾਲ ਜੀ ਕੋਲ ਪੜ੍ਹਨ ਲਈ ਭੇਜਿਆ ਗਿਆ। ਕੀ ਪੜ੍ਹਨ ਦੇ ਲਈ? ਦੇਵਨਾਗਰੀ ਲਿਪੀ ਤੇ ਉਸ ਤੋਂ ਇਲਾਵਾ ਮੈਥ ਪੜ੍ਹਨ ਦੇ ਲਈ। ਇਸ ਤੋਂ ਇਲਾਵਾ ਸਭ ਤੋਂ ਮੇਨ ਤੇ ਇੰਟਰਸਟਿੰਗ ਕਥਾ ਕੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਦੇ ਕੋਲ ਪੜ੍ਹਨ ਭੇਜਿਆ ਗਿਆ ਸੀ ਤੇ ਪਾਂਧੇ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਕੁਝ ਐਸੇ ਕੁਐਸਚਨ ਕੀਤੇ ਸੀ ਕਿ ਉਹ ਇੱਕ ਤੁਕ ਫੇਮਸ ਹੈ ਕਿ ਗੁਰੂ ਨਾਨਕ ਦੇਵ ਜੀ ਪੜ੍ਹਨ ਗਏ ਸੀ ਤੇ ਉਹਨਾਂ ਨੂੰ ਪਾਂਧੇ ਨੂੰ ਪੜ੍ਹਾ ਕੇ ਆਏ ਸੀ। ਠੀਕ ਹੈ, ਪਾਂਧੇ ਵਾਲਾ ਜੋ ਕਿੱਸਾ ਹੈ ਬਹੁਤ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਉਸ ਤੋਂ ਬਾਅਦ ਜਦੋਂ ਦੇਵਨਾਗਰੀ ਤੇ ਮੈਥ ਪੜ੍ਹਨ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਗੋਪਾਲ ਕੋਲ ਭੇਜਿਆ ਗਿਆ, ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਬਿਰਜ ਲਾਲ ਕੋਲ ਸੰਸਕ੍ਰਿਤ ਪੜ੍ਹਨ ਦੇ ਲਈ ਭੇਜਿਆ ਗਿਆ ਸੀ ਤੇ ਉਸ ਤੋਂ ਇਲਾਵਾ ਮੌਲਵੀ ਕੁਤਬ ਉਲ ਦੀਨ ਕੋਲ ਪਰਸ਼ੀਅਨ ਲੈਂਗੁਏਜ ਪੜ੍ਹਨ ਦੇ ਲਈ ਵੀ ਭੇਜਿਆ ਗਿਆ ਤੇ ਉਸ ਤੋਂ ਬਾਅਦ ਪਾਂਧੇ ਕੋਲ ਪੜ੍ਹਨ ਦੇ ਲਈ ਭੇਜਿਆ ਗਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਖੁਦ ਹੀ ਪੜ੍ਹਾ ਕੇ ਆ ਗਏ ਸਨ। ਨੈਕਸਟ ਹੈ ਕਹਿੰਦੇ ਬਾਈ ਦ ਏਜ ਆਫ 16 ਗੁਰੂ ਨਾਨਕ ਦੇਵ ਜੀ ਹੈਡ ਮਾਸਟਰਡ multiple religious texts and languages including Sanskrit, Persian and Hindi। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਮਾਤਰ 16 ਸਾਲ ਦੇ ਸਨ ਉਦੋਂ ਹੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਡਿਫਰੈਂਟ ਲੈਂਗੁਏਜ ਤੇ ਆਪਣੇ ਰਿਲੀਜੀਅਸ ਦੇ ਟੈਕਸਟਸ ਦੇ ਵਿੱਚ ਆਪਣੀ ਕੀ ਮਾਸਟਰਡ ਕਰ ਲਈ ਸੀ। ਕਿਹੜੀ ਲੈਂਗੁਏਜ ਦੇ ਵਿੱਚ? ਸੰਸਕ੍ਰਿਤ ਭਾਸ਼ਾ, ਪਰਸ਼ੀਅਨ ਭਾਸ਼ਾ ਤੇ ਹਿੰਦੀ ਭਾਸ਼ਾ ਦੇ ਵਿੱਚ। ਠੀਕ ਹੈ ਜੀ, ਸੋ ਆਪਾਂ ਨੈਕਸਟਲੀ ਮੂਵ ਕਰਦੇ ਹਾਂ। ਇਸ ਤੋਂ ਇਲਾਵਾ ਆਪਾਂ ਦੇਖਾਂਗੇ ਕਿ ਸੱਚਾ ਸੌਦਾ ਦੀ, ਦੇਖੋ ਜਦੋਂ ਤੋਂ ਆਪਾਂ ਸਕੂਲ ਜਾਣਾ ਸਟਾਰਟ ਕਰਦੇ ਹਾਂ, ਜਦੋਂ ਆਪਣੇ ਪੰਜਾਬੀ ਆਪਾਂ ਨੂੰ ਲੱਗ ਜਾਂਦੀ ਹੈ ਸਕੂਲਾਂ ਦੇ ਵਿੱਚ, ਤਾਂ ਉਦੋਂ ਤੋਂ ਹੀ ਗੁਰੂ ਨਾਨਕ ਦੇਵ ਜੀ ਦਾ ਇੱਕ ਲੇਖ ਲਿਖਾਉਣਾ ਸਟਾਰਟ ਕਰਦੇ ਨੇ ਤੇ ਉਹਦੇ ਵਿੱਚ ਇੱਕ ਟਰਮ ਯੂਜ਼ ਕਰਦੇ ਆਪਾਂ ਸੱਚਾ ਸੌਦਾ। ਤਾਂ ਗੁਰੂ ਨਾਨਕ ਦੇਵ ਜੀ ਦੇ ਹੁੰਦਾ ਕਿ ਇਹ ਸੱਚੇ ਸੌਦੇ ਦੀ ਕਹਾਣੀ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ 20 ਰੁਪਏ ਦੇ ਕੇ ਭੇਜਦੇ ਨੇ ਸੌਦਾ ਕਰਨ ਦੇ ਲਈ ਜਾਂ ਫਿਰ ਸੌਦਾ ਲੈ ਕੇ ਆਉਣ ਦੇ ਲਈ। ਠੀਕ ਹੈ ਜੀ, ਤੇ ਰਸਤੇ ਵਿੱਚ ਕੀ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਨੂੰ ਵੀ ਭੁੱਖੇ ਸੰਤ ਮਿਲ ਜਾਂਦੇ ਨੇ। ਠੀਕ ਹੈ ਜੀ, ਜਿਨ੍ਹਾਂ ਨੂੰ ਭੁੱਖ ਲੱਗੀ ਹੁੰਦੀ ਹੈ ਉਹ ਸੰਤ ਮਿਲ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਉਹ 20 ਰੁਪਇਆਂ ਦਾ ਲੰਗਰ ਉਹਨਾਂ ਸੰਤਾਂ ਨੂੰ ਖਵਾ ਦਿੰਦੇ ਨੇ ਤੇ ਇੱਕ ਸੱਚਾ ਸੌਦਾ ਕਰਕੇ ਆਉਂਦੇ ਨੇ। ਠੀਕ ਹੈ ਜੀ, ਕਿੰਨੇ ਰੁਪਏ ਲੈ ਕੇ ਭੇਜਿਆ ਸੀ? 20 ਰੁਪਏ ਦੇ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਜਦੇ ਨੇ। ਠੀਕ ਹੈ, ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਹਨਾਂ 20 ਰੁਪਇਆਂ ਦਾ ਉਹਨਾਂ ਭੁੱਖੇ ਸਾਧੂ ਸੰਤਾਂ ਨੂੰ ਜਦੋਂ ਲੰਗਰ ਛਕਾ ਦਿੰਦੇ ਨੇ ਤੇ ਉਹ ਜਿਹੜੀ ਗੱਲ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਯਾਦ ਕੀਤੀ ਜਾਂਦੀ ਹੈ ਸੱਚੇ ਸੌਦੇ ਵਾਲੀ ਕਿ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਸੱਚਾ ਸੌਦਾ ਕਰਕੇ ਆਏ ਸਨ। ਨੈਕਸਟ ਗੱਲ ਕਰੀਏ ਤਾਂ ਇੱਕ ਮਾਤਰ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੋ ਵਿਆਹ ਹੈ ਉਹ ਹੋ ਜਾਂਦਾ ਹੈ ਤਾਂ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ, ਤਾਂ ਆਨਸਰ ਹੋਏਗਾ ਜੀ ਮਾਤਾ ਸੁਲੱਖਣੀ ਦੀ। ਸੋ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੀ ਕੀ ਸਨ? ਪਤਨੀ ਸਨ। ਉਹਨਾਂ ਦੀ ਕੁੱਖ ਉਹਨਾਂ ਦੇ 2 ਬੱਚਿਆਂ ਨੇ ਜਨਮ ਲਿਆ, ਭਾਈ ਸ਼੍ਰੀ ਚੰਦ ਤੇ ਲక్ష్ਮੀ ਦਾਸ, ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਪੁੱਤਰਾਂ ਦਾ ਨਾਮ ਕੀ ਸੀ? ਸ਼੍ਰੀ ਚੰਦ ਤੇ ਲక్ష్ਮੀ ਦਾਸ ਸੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰਾਂ ਦਾ ਨਾਮ। ਉਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਮਿੱਤਰ, ਠੀਕ ਹੈ ਜੀ, ਗੁਰੂ ਨਾਨਕ ਦੇਵ ਜੀ ਦੇ ਮੁਸਲਿਮ ਚਾਈਲਡਹੁੱਡ ਮਿੱਤਰ ਸਨ, ਬਚਪਨ ਦੇ ਦੋਸਤ ਸਨ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਉਹ ਦੋਸਤ ਸਨ ਗੁਰੂ ਨਾਨਕ ਦੇਵ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਜੋ ਕਿ ਸਨ ਮੁਸਲਿਮ ਸਨ। ਨੈਕਸਟ ਹੈ ਕਹਿੰਦੇ then moved towards ਸੁਲਤਾਨਪੁਰ ਲੋਧੀ where ਗੁਰੂ ਨਾਨਕ ਦੇਵ ਜੀ took the job of accountant। ਦੇਖੋ ਗੁਰੂ ਨਾਨਕ ਦੇਵ ਜੀ ਦੇ ਜੋ ਪਿਤਾ ਜੀ ਸਨ ਉਹ ਕਹਿੰਦੇ ਹੁਣ ਇਹਨਾਂ ਦੀ ਗ੍ਰਸਥੀ ਜੀਵਨ ਸ਼ੁਰੂ ਹੋਣਾ ਤਾਂ ਗੁਰੂ ਨਾਨਕ ਦੇਵ ਜੀ ਕਮਾਉਣਾ ਸ਼ੁਰੂ ਕਰਨਗੇ। ਤਾਂ ਪਹਿਲਾਂ ਹੀ ਬਹੁਤ ਟੈਨਸ਼ਨ 'ਚ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿ ਇਹਦਾ ਰੱਬ ਦੇ ਕੰਮਾਂ ਤੋਂ ਇਲਾਵਾ ਹੋਰ ਕਿਤੇ ਧਿਆਨ ਨਹੀਂ ਲੱਗਦਾ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਸਿਸਟਰ ਬੀਬੀ ਨਾਨਕੀ ਜੀ ਦੇ ਕੋਲ ਕੀ ਭੇਜਿਆ ਜਾਂਦਾ ਹੈ ਕਿ ਇਹਨੂੰ ਕਿਤੇ ਕੰਮ ਵਗੈਰਾ ਤੇ ਲਗਾ ਦਿਓ। ਤਾਂ ਭਾਈ ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਉਹਨਾਂ ਨੂੰ ਕੰਮ ਦੇ ਉੱਤੇ ਲਗਾਉਂਦੇ ਨੇ ਤੇ ਇੱਕ ਅਕਾਊਂਟੈਂਟ ਦੀ ਜੌਬ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਨੂੰ, ਜਿੱਥੇ ਉਹਨਾਂ ਨੇ ਕੀ ਕੀਤਾ ਸੀ 13 ਤੋਲਿਆ ਸੀ। ਹਰ ਇੱਕ ਬੰਦੇ ਨੂੰ ਜੋ ਵੀ ਬੇਸ਼ੱਕ ਉਹ ਘੱਟ ਆਪਣਾ ਅੰਨ ਪਾਣੀ ਲੈਣ ਆਉਂਦੇ ਸਨ ਉਹਨਾਂ ਨੂੰ ਵੀ 13 ਕਿਲੋ ਹੀ ਤੋਲ ਕੇ ਦਿੰਦੇ ਸਨ ਗੁਰੂ ਨਾਨਕ ਦੇਵ ਜੀ, 13 ਨਾਮ 13 ਕਿਲੋ। ਠੀਕ ਹੈ ਜੀ, ਸੋ ਘਟਨਾ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਸੀ। ਉਸ ਤੋਂ ਇਲਾਵਾ ਇੱਕ ਇੰਪੋਰਟੈਂਟ ਹੈ ਕੰਧ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਟਾਲਾ ਦੇ ਵਿੱਚ। ਕਿਸੇ ਕੰਧ ਸਾਹਿਬ ਗੁਰਦੁਆਰਾ ਬਣਿਆ ਹੋਇਆ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ
ਕਿੱਥੇ ਬਣਿਆ ਹੋਇਆ? ਬਟਾਲਾ ਦੇ ਵਿੱਚ ਬਣਿਆ ਹੋਇਆ। ਐਗਜ਼ਾਮ ਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੰਧ ਸਾਹਿਬ ਗੁਰਦੁਆਰਾ ਕਿਹੜੀ ਜਗ੍ਹਾ ਤੇ ਸਿਚੁਏਟਡ ਹੈ? ਤਾਂ ਆਨਸਰ ਹੋਏਗਾ ਬਾਬਾ ਬਟਾਲਾ ਦੇ ਵਿੱਚ। ਠੀਕ ਹੈ ਜੀ। ਇਹ ਹੁੰਦਾ ਕਿ ਇਹ ਘਟਨਾ ਹੈ ਗੁਰੂ ਨਾਨਕ ਦੇਵ ਜੀ ਦੀ, ਜਦੋਂ ਗੁਰੂ ਨਾਨਕ ਦੇਵ ਜੀ ਦੀ ਮੈਰਿਜ ਹੋਈ ਸੀ ਮਾਤਾ ਸੁਲੱਖਣੀ ਦੇਵੀ ਜੀ ਦੇ ਨਾਲ, ਤੇ ਉੱਥੇ ਇੱਕ ਰਿਸੈਪਸ਼ਨ ਪਾਰਟੀ ਦੇ ਲਈ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਤੇ ਇੱਕ ਕੰਧ ਦੇ ਕੋਲ ਬੈਠੇ ਸਨ ਜੋ ਕਿ ਕੱਚੀ ਕੰਧ ਸੀ, ਤੇ ਇੱਕ ਬੁੱਢੀ ਮਾਤਾ ਉਹਨਾਂ ਨੂੰ ਆ ਕੇ ਕਹਿੰਦੇ ਨੇ ਕਿ ਕੰਧ ਗਿਰ ਜੇਗੀ, ਗਿਰਨ ਵਾਲੀ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਕੰਧ ਨੂੰ ਰੋਕਿਆ ਸੀ ਤੇ ਉਹ ਕੰਧ ਕਹਿੰਦੇ ਅੱਜ ਵੀ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕੰਧ ਨਹੀਂ ਗਿਰੇਗੀ, ਤਾਂ ਕਹਿੰਦੇ ਅੱਜ ਵੀ ਉਹ ਕੰਧ ਉਵੇਂ ਹੀ ਦੇਖਣ ਨੂੰ ਮਿਲਦੀ ਹੈ। ਕਿੱਥੇ? ਬਟਾਲਾ ਵਿਖੇ। ਸੋ ਉਸ ਯਾਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਕੰਧ ਸਾਹਿਬ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਐਗਜ਼ਾਮੀਨਰ ਕੁਐਸਚਨ ਚੁੱਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਨਦੀ ਵਿੱਚ ਗੁਰੂ ਨਾਨਕ ਦੇਵ ਜੀ 3 ਦਿਨ ਅਲੋਪ ਰਹੇ ਸਨ। ਠੀਕ ਹੈ, ਤਾਂ ਉਹ ਕਿਹੜੀ ਨਦੀ ਸੀ? ਉਹ ਸੀ ਜੀ ਸਾਡੀ ਵਈ ਨਦੀ। ਠੀਕ ਹੈ, ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਕਿਹੜੀ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ 3 ਦਿਨ ਅਲੋਪ ਰਹੇ ਸਨ, ਜਾਂ ਫਿਰ ਇਹ ਪੁੱਛਿਆ ਜਾਂਦਾ ਹੈ ਕਿ ਨਦੀ ਵੇਈ ਨਦੀ ਦੇ ਵਿੱਚੋਂ ਨਿਕਲ ਕੇ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਾਰਾ ਲਗਾਇਆ ਸੀ? ਤਾਂ ਆਨਸਰ ਹੋਏਗਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚੋਂ ਇਸ਼ਨਾਨ ਕਰਕੇ ਬਾਹਰ ਨਿਕਲਦੇ ਨੇ ਤਾਂ ਇੱਕ ਹੀ ਤੁਕ ਉਹ ਬੋਲਦੇ ਨੇ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, देयर इज नो ਹਿੰਦੂ ਔਰ ਨੋ ਮੁਸਲਮਾਨ। ਇਸ ਤੋਂ ਇਲਾਵਾ ਭਾਈ ਮਰਦਾਨਾ ਜੀ ਦੀ ਗੱਲ ਆਪਾਂ ਪਿੱਛੇ ਕਰਕੇ ਆ ਚੁੱਕੇ ਹਾਂ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਮਿੱਤਰ ਸਨ, ਇੱਕ ਮੁਸਲਿਮ ਮਿੱਤਰ ਸਨ, ਤੇ ਇਹੀ ਮਿੱਤਰ ਗੁਰੂ ਨਾਨਕ ਦੇਵ ਜੀ ਦੇ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ, ਠੀਕ ਹੈ ਜੀ, ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ, ਡਾਇਰੈਕਸ਼ਨ ਦੇ ਵਿੱਚ, ਨਾਰਥ ਈਸਟ ਸਾਊਥ ਐਂਡ ਵੈਸਟ ਡਾਇਰੈਕਸ਼ਨ ਦੇ ਵਿੱਚ ਉਦਾਸੀਆਂ ਭਰੀਆਂ ਸਨ। ਆਪਣੇ ਪ੍ਰਵਚਨ ਫੈਲਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ, ਲੋਕਾਂ ਨੂੰ ਤਾਰਨ ਦੇ ਲਈ ਇਹਨਾਂ ਚਾਰਾਂ ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਭਰੀਆਂ ਸਨ, ਤੇ ਉਹ 4 ਉਦਾਸੀਆਂ ਭਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਕੌਣ ਰਹੇ ਸਨ? ਉਹਨਾਂ ਦੇ ਸੰਗੀ ਭਾਈ ਮਰਦਾਨਾ ਜੀ, ਜੋ ਉਹਨਾਂ ਦੇ ਚਾਈਲਡਹੁੱਡ ਮਿੱਤਰ ਸਨ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ ਕਿ ਭਾਈ ਮਰਦਾਨਾ ਜੀ ਦੇ ਦੁਆਰਾ ਕਿਹੜਾ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੈ ਜੋ ਵਜਾਇਆ ਜਾਂਦਾ ਸੀ? ਤਾਂ ਆਨਸਰ ਹੋਏਗਾ ਰਬਾਬ। ਠੀਕ ਹੈ ਜੀ, ਕਿਹੜਾ ਸੀ ਇੰਸਟਰੂਮੈਂਟ ਜੋ ਭਾਈ ਮਰਦਾਨਾ ਜੀ ਦੇ ਦੁਆਰਾ ਵਜਾਇਆ ਜਾਂਦਾ ਸੀ? ਤਾਂ ਆਨਸਰ ਹੋਏਗਾ ਰਬਾਬ। ਤੇ ਚਾਰੋਂ ਉਦਾਸੀਆਂ ਗੁਰੂ ਨਾਨਕ ਦੇਵ ਜੀ ਦੇ ਨਾਲ ਕੌਣ ਰਹੇ ਸਨ? ਭਾਈ ਮਰਦਾਨਾ ਜੀ ਰਹੇ ਸਨ, ਤੇ ਉਹਨਾਂ ਨੇ ਆਪਣੀਆਂ 4 ਉਦਾਸੀਆਂ ਇੰਡੀਆ, ਸਾਊਥ ਏਸ਼ੀਆ, ਤਿੱਬਤ ਤੇ ਅਰੇਬੀਆ ਦੇ ਵਿੱਚ ਭਰੀਆਂ ਸਨ ਲੋਕਾਂ ਨੂੰ ਤਾਰਨ ਦੇ ਲਈ। ਤਾਂ ਆਲਮੋਸਟ ਉਹਨਾਂ ਨੇ 30,000 ਮਤਲਬ ਕਿ 30,000 ਕਿਲੋਮੀਟਰ ਪੈਦਲ ਜੋ ਸਫ਼ਰ ਹੈ ਗੁਰੂ ਨਾਨਕ ਦੇਵ ਜੀ ਨੇ ਤੈਅ ਕੀਤਾ ਸੀ, ਤੇ ਆਪਣੀ ਇਸ ਜਰਨੀ ਦੇ ਵਿੱਚ, ਇਹਨਾਂ ਉਦਾਸੀਆਂ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਕੀ ਦਿੱਤੇ ਸਨ? ਪ੍ਰਵਚਨ ਦਿੱਤੇ ਸਨ। ਉਹਨਾਂ ਨੂੰ ਡਿਸਕਸ ਕਰ ਲੈਂਦੇ ਆ। ਕਹਿੰਦੇ ਇਨ ਦੀਜ਼ ਜਰਨੀਜ਼ ਹੀ ਪ੍ਰੀਚਡ ਨਿਊ ਕਨਸੈਪਟ ਆਫ ਗॉड। ਕਹਿੰਦੇ ਉਹਨਾਂ ਨੇ ਇਹਨਾਂ 4 ਜਰਨੀਜ਼ ਦੇ ਵਿੱਚ ਉਹਨਾਂ ਨੇ ਗॉड ਦੇ ਰਿਗਾਰਡਿੰਗ, ਪਰਮਾਤਮਾ ਦੇ ਰਿਗਾਰਡਿੰਗ ਅਲੱਗ-ਅਲੱਗ ਪ੍ਰੀਚਿੰਗਸ ਕੀਤੀਆਂ ਸੀ, ਅਲੱਗ-ਅਲੱਗ ਕਨਸੈਪਟ ਦਿੱਤੇ ਸੀ, ਜਿਵੇਂ ਸੁਪਰੀਮ, ਆਲ ਪਾਵਰਫੁਲ ਐਂਡ ਟਰੂਥਫੁਲ। ਪਹਿਲੀ ਸੀ ਸੁਪਰੀਮ ਕੇ ਪਰਮਾਤਮਾ ਸਭ ਤੋਂ ਉੱਪਰ ਹੈ। ਫਾਰਮਲੈਸ, परमात्मा की है, परमात्मा का कोई रूप नहीं है, हर जगह ते परमात्मा है, मतलब कि निरंकार। फॉर्मलैस का मतलब की हुंदा है? निरंकार। नैक्सट है फीयरलैस, कहते निरभौ के परमात्मा नूं किसे दा भी डर नहीं है। कहते विदाउट हेट, निर्वैर, कहते किसे दा उन्हां परमात्मा नूं किसे दे नाल कोई वैर नहीं है, कोई विरोध नहीं है। इस तो इलावा सोल, कहते परमात्मा की है? एक है, जिन्हों आप अलग-अलग रूपों के एक्सैप्ट करने की कोशिश करते हैं, ਜਾਂ ਫਿਰ ਕਈ ਲੋਕ ਕਹਿੰਦੇ ਨੇ ਕਿ ਇਹਦੇ ਵਿੱਚ ਹੀ ਪਰਮਾਤਮਾ ਹੈ। ਸੋ ਉਹਨਾਂ ਨੇ ਕਿਹਾ ਸੀ, ਗੁਰੂ ਨਾਨਕ ਦੇਵ ਜੀ ਨੇ, ਨਿਰਭਉ ਨਿਰਵੈਰ। ਠੀਕ ਹੈ ਜੀ, ਨਾ ਕਿ ਉਹ ਕਿਨੇ? ਪਰਮਾਤਮਾ ਇੱਕ ਨਿਰੰਕਾਰ ਹੈ, ਸਭ ਤੋਂ ਉੱਪਰ ਹੈ, ਸੁਪਰੀਮ ਹੈ, ਨਿਰੰਕਾਰ ਹੈ ਕਿਉਂਕਿ ਉਹਦਾ ਕੋਈ ਫਾਰਮ ਨਹੀਂ ਹੈ, ਹਰ ਜਗ੍ਹਾ ਤੇ ਪਰਮਾਤਮਾ ਹੈ। ਤੇ ਉਹ ਫੀਅਰਲੈਸ ਹੈ, ਨਿਰਭਉ ਹੈ, ਉਸਨੂੰ ਕਿਸੇ ਦਾ ਡਰ ਨਹੀਂ ਹੈ, ਤੇ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਤੇ ਪਰਮਾਤਮਾ ਸਾਡਾ ਕੀ ਇੱਕ ਸੋਲ ਹੈ, ਇੱਕ ਹੈ, ਕੋਈ ਇਹ ਨਹੀਂ ਹੈ ਵੀ परमात्मा है भी परमात्मा, परमात्मा की है सिर्फ एक है। ठीक है जी। सहभंग, कहते सैल्फ एग्जिस्टेंस है, उस सहभंग ने द इनकम्प्रीहेंसिबल एंड एवरलास्टिंग क्रिएटर ऑफ ऑल थिंग्स। कहते एवरलास्टिंग क्रिएटर ऑफ ऑल थिंग्स कि सारे जहान नूं बनाने वाला कौन है? साडा परमात्मा है, जो एक है, जो निरंकार है, निरभौ है ते निर्वैर है। ठीक है जी।
ਸੋ ਇਹ ਪ੍ਰੀਚਿੰਗਸ ਨੇ ਜੋ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਸੀ? ਕਰਤਾ ਪੁਰਖ। ਠੀਕ ਹੈ, ਕਰਤਾ ਪੁਰਖ ਮਤਲਬ ਕਿ ਪੂਰੇ ਸੰਸਾਰ ਨੂੰ ਬਣਾਉਣ ਵਾਲਾ ਕੌਣ ਹੈ? ਸਾਡਾ ਪਰਮਾਤਮਾ ਹੈ। ਐਂਡ ਇਟਰਨਲ ਐਂਡ ਐਬਸੋਲਿਊਟ ਟਰੂਥ ਮਤਲਬ ਸਤਨਾਮ, ਸਤਨਾਮ ਵਰਡ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ। ਕਹਿੰਦੇ ਇਨ ਦ ਲੇਟਰ years of his life, Guru Ji founded and settled down in the township of Kartarpur. Very very important। ठीक है, ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਜੋ ਪਿਛਲੇ ਸਾਲ ਸਨ, ਠੀਕ ਹੈ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸਾਲ ਸਨ, ਉਹਨਾਂ ਨੇ ਕਿਹੜੀ ਜਗ੍ਹਾ ਤੇ ਬਿਤਾਏ ਸਨ? ਕਰਤਾਰਪੁਰ ਵਿਖੇ। ਇਹ ਵੀ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਕਿਹੜਾ ਸ਼ਹਿਰ ਵਸਾਇਆ ਗਿਆ ਸੀ? ਤਾਂ ਆਨਸਰ ਹੋਏਗਾ ਕਰਤਾਰਪੁਰ ਸਾਹਿਬ, ਜੋ ਅੱਜ ਕੱਲ੍ਹ ਕਿੱਥੇ ਹੈ? ਪਾਕਿਸਤਾਨ ਦੇ ਵਿੱਚ। ਔਨ ਦ ਬੈਂਕ ਆਫ ਰਿਵਰ, ਕਿਹੜੀ ਰਿਵਰ ਦੇ ਉੱਤੇ ਬਣਿਆ ਹੋਇਆ ਹੈ? ਰਾਵੀ ਰਿਵਰ ਦੇ ਉੱਤੇ ਬਣਿਆ ਹੋਇਆ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਸਪੈਂਡ ਕੀਤੇ ਸਨ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ, ਹੁਣ ਇਹ ਕੁਐਸਚਨ ਦੇਖੋ ਬੇਸਿਕ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ, ਬਟ ਆਪਾਂ ਕਨਫਿਊਜ਼ ਹੁੰਦੇ ਹਾਂ। ਹੁਣ ਇੱਥੇ ਲਿਖਿਆ ਹੋਇਆ ਕਹਿੰਦੇ ਹੀ ਇੰਟਰੋਡਿਊਸ ਇੰਸਟੀਟਿਊਸ਼ਨ ਆਫ ਲੰਗਰ। ਦੇਖੋ ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਲੰਗਰ ਪ੍ਰਥਾ ਹੈ ਉਹ ਕਿਹਨਾਂ ਦੇ ਦੁਆਰਾ ਸਟਾਰਟ ਕੀਤੀ ਗਈ ਹੈ। ਹਮੇਸ਼ਾ ਯਾਦ ਰੱਖਣਾ ਹੈ ਕਿ ਲੰਗਰ ਪ੍ਰਥਾ ਸਟਾਰਟ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ, ਬਟ ਇਸ ਨੂੰ ਅੱਗੇ ਲੈ ਕੇ ਗਏ ਸਨ ਗੁਰੂ ਅੰਗਦ ਦੇਵ ਜੀ ਸੀ। ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਕਿ ਸਟਾਰਟਿੰਗ ਪੁਆਇੰਟ ਸਟਾਰਟ ਕਿਸਨੇ ਕੀਤੀ ਸੀ, ਤਾਂ ਆਨਸਰ ਹੋਏਗਾ ਕਿ ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਹੀ ਸਟਾਰਟ ਕੀਤੀ ਗਈ ਸੀ। ਇਸ ਤੋਂ ਇਲਾਵਾ ਜੋਤੀ ਜੋਤ ਉਹ ਸਮਾਏ ਸਨ 1539 ਦੇ ਵਿੱਚ ਕਰਤਾਰਪੁਰ ਸਾਹਿਬ, ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਾਸਟ ਦਿਨ ਨੇ ਜੋ ਬਤੀਤ ਕੀਤੇ ਸਨ। 1539 ਦੇ ਵਿੱਚ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਦੇ ਉੱਤੇ ਬਿਠਾਇਆ ਸੀ ਕਿਹਨਾਂ ਨੂੰ? ਭਾਈ ਲਹਿਣਾ ਜੀ ਨੂੰ। ਭਾਈ ਲਹਿਣਾ ਜੀ ਜੋ ਅੱਗੇ ਜਾ ਕੇ ਕਿਹੜੇ ਨਾਮ ਨਾਲ ਫੇਮਸ ਹੋਏ ਸਨ? ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਫੇਮਸ ਹੋਏ ਸਨ। ਸੋ ਇਹੀ ਸੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੋ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਆਪਾਂ ਇੱਕ ਰਿਵੀਜ਼ਨ ਮਾਰ ਲੈਂਦੇ ਹਾਂ। ਸੋ ਆਪਾਂ ਇੱਕ ਰਿਵਾਈਜ਼ ਕਰਾਂਗੇ ਕਿ ਅਗਰ ਦੇਖਾਂਗੇ ਇਹ ਸਲਾਈਡ ਜੋ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ, ਜੋ ਐਗਜ਼ਾਮ ਦੇ ਵਿੱਚ ਰਿਪੀਟਡਲੀ ਕੁਐਸਚਨ ਆਉਂਦੇ ਨੇ, ਇਹ ਸਲਾਈਡ ਤੋਂ ਕਵਰ ਕਰ ਲੈਂਦੀ ਹੈ। ਫਸਟਲੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ? ਆਪਾਂ ਆਲਰੇਡੀ ਕਰਕੇ ਆ ਚੁੱਕੇ ਆ ਕਿ 1469 ਦੇ ਵਿੱਚ ਰਾਏ ਭੋਈ ਦੀ ਤਲਵੰਡੀ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਮਿਲਦੇ ਨੇ। ਫਾਦਰ ਅਤੇ ਮਦਰ ਦਾ ਨੇਮ ਤੁਸੀਂ ਯਾਦ ਰੱਖਣਾ ਹੈ, ਮਹਿਤਾ ਕਾਲੂ ਤੇ ਤ੍ਰਿਪਤਾ ਦੇਵੀ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ। ਤੇ ਉਹਨਾਂ ਦੀ ਵਾਈਫ ਦਾ ਨਾਮ ਬੀਬੀ ਸੁਲੱਖਣੀ ਸੀ। ਮਾਤਾ ਉਹਨਾਂ ਦੀ ਸਿਸਟਰ ਦਾ ਨਾਮ ਬੇਬੇ ਨਾਨਕੀ ਸੀ। ਇਸ ਤੋਂ ਇਲਾਵਾ ਉਹਨਾਂ ਦੇ ਪੁੱਤਰਾਂ ਦੀ ਗੱਲ ਕਰੀਏ, ਸ਼੍ਰੀ ਚੰਦ ਤੇ ਲక్ష్ਮੀ ਦਾਸ ਸਨ। ਇਸ ਤੋਂ ਇਲਾਵਾ ਉਹ ਕਿਹੜੀ ਨਦੀ ਦੇ ਵਿੱਚ ਉਹਨਾਂ ਨੂੰ ਮਤਲਬ ਆਪਣੀ ਸਪਿਰਿਚੁਅਲ ਦੀ ਜੋ ਇੱਕ ਰਿਅਲਾਈਜੇਸ਼ਨ ਹੋਈ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਉਹਨਾਂ ਨੇ ਕਿਹੜੀ ਨਦੀ ਦੇ ਵਿੱਚ ਇਸ਼ਨਾਨ ਕੀਤਾ ਸੀ? ਉਹਨਾਂ ਨੇ ਬੇਈ ਨਦੀ ਦੇ ਵਿੱਚ ਇਸ਼ਨਾਨ ਕੀਤਾ ਸੀ। ਉਹਨਾਂ ਦੇ ਦੁਆਰਾ ਕਿਹੜੀ ਸਿਟੀ ਕਿਹੜਾ ਸ਼ਹਿਰ ਵਸਾਇਆ ਗਿਆ ਸੀ? ਤਾਂ ਆਨਸਰ ਹੋਏਗਾ ਕਰਤਾਰਪੁਰ, ਜੋ ਅੱਜ ਕੱਲ੍ਹ ਕਿੱਥੇ? ਲਾਹੌਰ ਦੇ ਵਿੱਚ ਹੈ। ਕਿਹੜੀ ਪ੍ਰਥਾ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ? ਲੰਗਰ ਪ੍ਰਥਾ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ। ਤੇ ਉਹ ਇਹ ਵੀ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੇ ਮੁਗਲ ਅੰਪਾਇਰ ਦੇ ਸਮੇਂ ਕੰਟੈਂਪਰੇਰੀ ਸਨ। ਠੀਕ ਹੈ ਜੀ, ਕਿਹੜੇ ਮੁਗਲ ਅੰਪਾਇਰ ਦੇ ਕੰਟੈਂਪਰੇਰੀ ਸਨ? ਤੇ ਬਾਬਰ ਐਂਡ ਸ਼ੇਰ ਸ਼ਾਹ ਸੂਰੀ। ਠੀਕ ਹੈ, 1526 ਦੀ ਗੱਲ ਹੋ ਰਹੀ ਹੈ ਜਦੋਂ ਬਾਬਰ ਨੇ ਇੰਡੀਆ ਦੇ ਉੱਤੇ ਹਮਲਾ ਕੀਤਾ ਸੀ, ਇਬਰਾਹਿਮ ਲੋਦੀ ਨੂੰ ਹਰਾਇਆ ਸੀ। 1526 ਤੇ ਆਹ ਸ਼ੇਰ ਸ਼ਾਹ ਸੂਰੀ ਦਾ ਤਾਂ ਤੁਹਾਨੂੰ ਪਤਾ ਹੈ, ਹਿਮਾਯੂ ਦੇ ਨਾਲ ਸ਼ੇਰ ਸ਼ਾਹ ਸੂਰੀ ਰਿਹਾ ਹੈ। ਸੋ ਹਿਮਾਯੂ ਦੇ ਕੰਟੈਂਪਰੇਰੀ ਜਾਂ ਫਿਰ ਤੁਸੀਂ ਸ਼ੇਰ ਸ਼ਾਹ ਸੂਰੀ ਤੇ ਬਾਬਰ ਦੇ ਕੰਟੈਂਪਰੇਰੀ ਸੈਕਾਲੀ ਰਹੇ ਨੇ ਗੁਰੂ ਨਾਨਕ ਦੇਵ ਜੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਸਕਸੈਸਰ, ਦੈਟ ਮੀਨ ਸਿੱਖਾਂ ਦੇ ਦੂਸਰੇ ਗੁਰੂ ਕੌਣ ਬਣੇ ਸਨ? ਗੁਰੂ ਅੰਗਦ ਦੇਵ ਜੀ। ਤੇ ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨੇਮ ਕੀ ਸੀ? ਭਾਈ ਲਹਿਣਾ ਸੀ। ਹੁਣ ਇਸ ਤੋਂ ਇਲਾਵਾ ਕੰਪੋਜੀਸ਼ਨਸ, ਕਿ ਉਹਨਾਂ ਦੀਆਂ ਕਿਹੜੀਆਂ ਬਾਣੀਆਂ ਨੇ ਜੋ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ। ਕੰਪੋਜੀਸ਼ਨ ਨੇ ਜੀ ਬਹੁਤ ਇੰਪੋਰਟੈਂਟ ਨੇ। ਜਪਜੀ ਸਾਹਿਬ, ਆਸਾ ਦੀ ਵਾਰ, ਓਂਕਾਰ, ਸਿੱਧ ਗੋਸ਼ਟ, 12 ਮਾਹ, 947 ਉਹਨਾਂ ਦੇ ਹੇਮੰਸ ਵੀ ਸਨ। ਸੋ ਇਹਨੂੰ ਤੁਸੀਂ ਯਾਦ ਰੱਖਣਾ, ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਨੇ। ਕਿਹੜੀ ਕਹਿੰਦੇ ਜਪ ਕਰੋ। ਠੀਕ ਹੈ, ਕਹਿੰਦੇ ਜਪ ਕਰੋ ਆਸ ਰੱਖ ਕੇ। ਕਹਿੰਦੇ ਅਗਰ ਤੁਸੀਂ ਆਸ ਰੱਖ ਕੇ ਜਪ ਕਰਦੇ ਹੋ ਓਂਕਾਰ ਦਾ, ਤਾਂ ਰੱਬ ਤੁਹਾਨੂੰ ਸਿੱਧੇ ਰਸਤੇ ਪਾਏਗਾ। ਅਗਰ 12 ਘੰਟੇ ਤੁਸੀਂ ਜਪ ਕਰਦੇ ਹੋ, ਇਸ ਤਰੀਕੇ ਨਾਲ ਯਾਦ ਕਰਦੇ ਹੋ, ਇਸ ਤਰੀਕੇ ਨਾਲ ਯਾਦ ਕਰ ਸਕਦੇ ਹੋ ਕਿ ਅਗਰ ਤੁਸੀਂ ਦਿਨ ਦੇ 12 ਘੰਟੇ ਜਪ ਕਰਦੇ ਹੋ ਪੂਰੇ ਕਾਦੇ ਨਾਲ? ਪੂਰੀ ਆਸ ਦੇ ਨਾਲ,
ਤਾਂ ਕਾਹਦਾ ਜਪ ਕਰਦੇ ਹੋ? ਓਂਕਾਰ ਦਾ ਜਪ ਕਰਦੇ ਹੋ ਤਾਂ ਤੁਹਾਨੂੰ ਰੱਬ ਕੀ ਹੈ, ਸਿੱਧੇ ਰਸਤੇ ਪਾਏਗਾ। 947 ਟਾਈਮਸ ਤੁਸੀਂ ਇਸ ਜਪ ਨੂੰ ਕਰਨਾ ਹੈ। ਤੇ ਇਸ ਤਰੀਕੇ ਨਾਲ ਟ੍ਰਿਕ ਦੇ ਨਾਲ ਤੁਸੀਂ ਇਹਨਾਂ ਦੀ ਕੰਪੋਜੀਸ਼ਨਸ ਨੂੰ ਯਾਦ ਕਰ ਸਕਦੇ ਹੋ। ਤੇ ਐਟ ਐਂਡ ਆਫ ਦਾ ਆਪਾਂ ਦੇਖਾਂਗੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ 1539 ਦੇ ਵਿੱਚ। ਕਿੱਥੇ ਸਮਾਏ ਸਨ? ਕਰਤਾਰਪੁਰ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ। ਸੋ ਨੈਕਸਟਲੀ ਆਪਾਂ ਮੂਵ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਦੀ। ਠੀਕ ਹੈ ਜੀ, ਜਿਨ੍ਹਾਂ ਦਾ ਆਪਾਂ ਦੇਖ ਚੁੱਕੇ ਹਾਂ ਕਿ ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨਾਮ ਕੀ ਸੀ? ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨਾਮ ਸੀ ਭਾਈ ਲਹਿਣਾ ਜੀ। ਤਾਂ ਦੇਖੀਏ ਤਾਂ ਉਹਨਾਂ ਦਾ ਜਨਮ ਹੋਇਆ 1504 ਦੇ ਵਿੱਚ ਤੇ ਜੋਤੀ ਜੋਤ ਸਮਾ ਗਏ ਸੀ ਉਹ 1552 ਦੇ ਵਿੱਚ। ਤੇ ਉਹਨਾਂ ਨੇ ਗੱਦੀ ਤੇ ਕਦੋਂ ਬੈਠੇ ਸਨ? ਤਾਂ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ 1539 ਦੇ ਵਿੱਚ ਗੁਰੂ ਅੰਗਦ ਦੇਵ ਜੀ ਗੱਦੀ ਦੇ ਉੱਤੇ ਬੈਠੇ ਸਨ। ਅੱਗੇ ਦੇਖਿਆ ਜਾਵੇ ਤਾਂ ਗੁਰੂ ਜੀ ਵਾਸ ਬੋਰਨ ਵਿਦ ਬਰਥ ਨੇਮ ਲਹਿਣਾ। ਕਹਿੰਦੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦੇ ਜਨਮ ਦਾ ਨਾਮ ਕੀ ਸੀ? ਭਾਈ ਲਹਿਣਾ ਜੀ ਸੀ। ਤੇ ਇੰਦਾ ਉਹਨਾਂ ਦਾ ਜਨਮ ਹੋਇਆ 1504 ਦੇ ਵਿੱਚ ਹਰੀਕੇ ਅੰਮ੍ਰਿਤਸਰ। ਹਰੀਕੇ ਪਤਾ ਹੈ ਨਾ ਜੀ, ਆਪਾਂ ਜਦੋਂ ਕਰਕੇ ਆਏ ਆ ਪੰਜਾਬ ਦੇ ਕੁਝ ਮਿਸਲੀਨੀਅਸ ਕਨਸੈਪਟ ਆਪਾਂ ਹਰੀਕੇ ਵੈਟਲੈਂਡ ਪੜ੍ਹਿਆ। ਤਾਂ ਸਾਨੂੰ ਪਤਾ ਹੈ ਕਿ ਹਰੀਕੇ ਕਿੱਥੇ? ਤਰਨ ਤਾਰਨ ਦੇ ਵਿੱਚ ਹੈ। ਇਹ ਕੀ ਹੈ? ਸਾਡੀ ਰਾਮਸਰ ਸਾਈਟ ਹੈ। ਕੀ ਹੈ? ਸਾਡੀ ਰਾਮਸਰ ਸਾਈਟ 1990 ਦੇ ਵਿੱਚ ਇਹ ਸਾਡੀ ਰਾਮਸਰ ਸਾਈਟ ਬਣੀ ਸੀ। ਸੋ ਇਹਨਾਂ ਦੇ ਫਾਦਰ ਦਾ ਨਾਮ ਸੀ ਭਾਈ ਫੇਰੂ ਮੱਲ ਜੀ, ਇਹਨਾਂ ਦੇ ਫਾਦਰ ਦਾ ਨਾਮ ਸੀ। ਮਾਤਾ ਦਾ ਨਾਮ ਸਬਰਾਈ ਜੀ ਸੀ, ਜਿਨ੍ਹਾਂ ਨੂੰ ਦਇਆ ਕੌਰ ਵੀ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਕਹਿੰਦੇ ਐਟ ਦਾ ਏਜ ਆਫ 27 ਆਫਟਰ ਹੀਅਰਿੰਗ ਦਾ ਰੈਕੇਸ਼ਨ ਆਫ ਹਿਮਨਸ ਆਫ ਗੁਰੂ ਨਾਨਕ ਫਰੋਮ ਦਾ ਭਾਈ ਜੋਧਾ a Sikh of Guru Nanak Dev Ji, ਭਾਈ ਲਹਿਣਾ ਜੀ decided to travel the Kartarpur to meet the Guru Ji। ਸੋ ਗੁਰੂ ਨਾਨਕ ਇਹ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਜੀ ਨੂੰ ਕਿੱਥੇ ਮਿਲੇ ਸਨ? ਤਾਂ ਆਪਾਂ ਆਨਸਰ ਕਰਾਂਗੇ ਕਰਤਾਰਪੁਰ ਦੇ ਵਿੱਚ ਭਾਈ ਲਹਿਣਾ ਜੀ ਜਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਗਏ ਸਨ। ਤੇ ਉਸ ਤੋਂ ਬਾਅਦ ਕੀ ਹੈ ਅੱਗੇ ਲਿਖਿਆ ਹੋਇਆ ਹੈ, ਕਹਿੰਦੇ ਹੈਵਿੰਗ ਮੈਟ ਗੁਰੂ ਨਾਨਕ ਦੇਵ ਜੀ ਜੀ ਓਨਲੀ ਵੰਸ, ਭਾਈ ਲਹਿਣਾ ਜੀ ਵਾਸ ਟ੍ਰਾਂਸਫਰਡ ਟੂ ਸਚ ਐਨ ਐਕਸਟੈਂਟ ਦੈਟ ਹੀ ਡਿਵੋਟਡ ਹਿਮਸੈਲਫ ਕੰਪਲੀਟਲੀ ਗੁਰੂ ਨਾਨਕ ਦੇਵ ਜੀ ਐਂਡ ਹਿਸ ਮਿਸ਼ਨ। ਕਹਿੰਦੇ ਜਦੋਂ ਕਰਤਾਰਪੁਰ ਦੇ ਵਿੱਚ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਮਿਲਣ ਪਹੁੰਚੇ ਤਾਂ ਪਹਿਲੀ ਮੀਟਿੰਗ ਦੇ ਵਿੱਚ ਹੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਤੋਂ ਇੰਨੇ ਕੁ ਜ਼ਿਆਦਾ ਇੰਪ੍ਰੈਸ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰੀਕੇ ਦੇ ਨਾਲ ਇਹ ਸੋਚ ਲਿਆ ਸੀ ਕਿ ਉਹਨਾਂ ਨੇ ਆਪਣਾ ਆਪ ਪੂਰੇ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੇ ਵਿੱਚ ਕੀ ਕਰਦੇ ਨੇ? ਡਿਵੋਟ ਕਰਦੇ ਨੇ, ਤਿਆਗ ਦੇਣਾ। ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਕੀ ਕਰ ਦਿੱਤਾ ਗਿਆ ਸੀ? ਗੱਦੀ ਦੇ ਉੱਤੇ ਬਿਠਾਇਆ ਗਿਆ ਸੀ। ਇਸ ਤੋਂ ਇਲਾਵਾ ਕਹਿੰਦੇ ਉਹਨਾਂ ਨੇ ਕੰਟਰੀਬਿਊਟ ਕੀਤੇ ਨੇ ਕਿੰਨੇ? 63 ਸ਼ਬਦ ਐਂਡ ਸ਼ਲੋਕਸ ਰਿਵੀਡ ਵਰਸਸ ਨਾਓ ਰਜਿਸਟਰਡ ਇਨ ਦਾ ਗੁਰੂ ਗ੍ਰੰਥ ਸਾਹਿਬ। ਸੋ ਇਹ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਕਿਹੜੀ ਬਾਣੀ ਜਾਂ ਕਿੰਨੇ ਸ਼ਲੋਕ ਨੇ ਜਾਂ ਸ਼ਬਦ ਨੇ ਜੋ ਆਪਣੇ ਕਿਹਦੇ ਵਿੱਚ ਐਡ ਕੀਤੇ ਹੋਏ ਨੇ? ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤੇ ਹੋਏ ਨੇ। ਤਾਂ ਤੁਸੀਂ ਆਨਸਰ ਕਰੋਗੇ ਕਿ 63 ਸ਼ਬਦ ਨੇ ਜੋ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਦਿੱਤੇ ਗਏ ਸਨ ਤੇ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਹੋਏ ਨੇ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਉਹਨਾਂ ਨੇ ਕਿਹੜੀ ਲਿਪੀ ਸਟੈਂਡਰਡਾਈਜ਼ ਕੀਤੀ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਗੁਰਮੁਖੀ ਲਿਪੀ ਜੋ ਸਾਡੇ ਪੰਜਾਬੀ ਦੀ ਵਿਆਕਰਨ ਹੈ, ਜਿਹਦੇ ਨਾਲ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਦੇ ਹਾਂ, ਗੁਰਮੁਖੀ ਲਿਪੀ ਉਹ ਕਿਹਨਾਂ ਦੁਆਰਾ ਦਿੱਤੀ ਗਈ ਹੈ, ਕਿਹਨਾਂ ਨੇ ਪ੍ਰੈਜ਼ੈਂਟ ਕੀਤੀ ਸੀ? ਤਾਂ ਆਨਸਰ ਹੋਏਗਾ ਗੁਰੂ ਅੰਗਦ ਦੇਵ ਜੀ ਦੀ। ਇਹ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਗੁਰਮੁਖੀ ਲਿਪੀ ਕਿਹੜੇ ਗੁਰੂ ਸਾਹਿਬਾਨ ਜੀ ਦੇ ਦੁਆਰਾ ਪ੍ਰੈਜ਼ੈਂਟ ਜਾਂ ਸਟੈਂਡਰਡ ਕੀਤੀ ਗਈ ਹੈ? ਤਾਂ ਆਨਸਰ ਹੋਏਗਾ ਗੁਰੂ ਅੰਗਦ ਦੇਵ ਜੀ ਦੇ ਦੁਆਰਾ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਸੀ? ਜਿਹੜੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਪ੍ਰਥਾ ਸਟਾਰਟ ਕੀਤੀ ਗਈ ਸੀ, ਠੀਕ ਹੈ ਜੀ, ਕਿਹਨਾਂ ਦੇ ਦੁਆਰਾ ਸਟਾਰਟ ਕੀਤੀ ਗਈ ਸੀ? ਗੁਰੂ ਨਾਨਕ ਦੇਵ ਜੀ ਦੇ ਦੁਆਰਾ ਲੰਗਰ ਪ੍ਰਥਾ ਸਟਾਰਟ ਕੀਤੀ ਗਈ ਸੀ। ਉਸ ਨੂੰ ਅੱਗੇ ਕੌਣ ਲੈ ਕੇ ਗਏ ਸਨ? ਉਸ ਨੂੰ ਅੱਗੇ ਲੈ ਕੇ ਗਏ ਸਨ ਸਾਡੇ ਗੁਰੂ ਅੰਗਦ ਦੇਵ ਜੀ। ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸਟਾਰਟ ਕੀਤੀ ਸੀ ਤੇ ਉਸ ਨੂੰ ਅੱਗੇ ਸਟਰੋਂਗ ਤੇ ਉਹਨੂੰ ਅੱਗੇ ਲੈ ਕੇ ਗਏ ਸਨ ਗੁਰੂ ਅੰਗਦ ਦੇਵ ਜੀ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਕਿਹੜੇ ਗੁਰੂ ਸਾਹਿਬਾਨ ਸਨ ਉਹ ਜੋ ਕਹਿੰਦੇ ਸਨ ਸਿੱਖਾਂ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ, ਅਗਰ ਸਰੀਰ ਸਟਰੋਂਗ ਹੈ ਤਾਂ ਮਾਈਂਡ ਵੀ ਬੰਦੇ ਦਾ ਪੂਰਾ ਸਟਰੋਂਗ ਰਹੇਗਾ। ਤਾਂ ਆਨਸਰ ਸੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਸਿੱਖਾਂ ਦੀ ਤੰਦਰੁਸਤੀ ਦੇ ਲਈ ਕੀ ਸਟਾਰਟ ਕੀਤੇ ਸਨ? ਮੱਲ ਅਖਾੜੇ। ਸੋ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮੱਲ ਅਖਾੜਾ ਕਿਹਨਾਂ ਦੇ ਦੁਆਰਾ ਸਟਾਰਟ ਕੀਤਾ ਗਿਆ? ਤਾਂ ਆਨਸਰ ਹੋਏਗਾ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਸਟਾਰਟ ਕੀਤੇ ਗਏ ਸਨ।
ਇਸ ਤੋਂ ਇਲਾਵਾ ਵੈਰੀ ਇੰਪੋਰਟੈਂਟ ਗੁਰੂ ਅੰਗਦ ਦੇਵ ਜੀ ਦੇ ਕਿਹੜਾ ਸ਼ਹਿਰ ਵਸਾਇਆ ਗਿਆ? ਗੁਰੂ ਅੰਗਦ ਦੇਵ ਜੀ ਨੇ ਸ਼ਹਿਰ ਵਸਾਇਆ ਸੀ ਜੀ 1539 ਦੇ ਵਿੱਚ ਖੰਡੂਰ ਸਾਹਿਬ। ਦੇਖੋ ਉਹੀ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨੇ। ਸੋ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਕਿਹੜਾ ਸ਼ਹਿਰ ਵਸਾਇਆ ਗਿਆ ਸੀ? ਖੰਡੂਰ ਸਾਹਿਬ। ਕਿਹੜਾ ਸ਼ਹਿਰ ਵਸਾਇਆ ਗਿਆ ਸੀ? ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਵਸਾਇਆ ਗਿਆ ਸੀ। ਉਹਨਾਂ ਨੇ ਲੰਗਰ ਪ੍ਰਥਾ ਨੂੰ ਸਟਰੋਂਗ ਕੀਤਾ ਸੀ, ਉਹਨਾਂ ਨੇ ਮੱਲ ਅਖਾੜੇ ਚਲਾਏ ਸਨ, ਉਹਨਾਂ ਨੇ ਗੁਰਮੁਖੀ ਲਿਪੀ ਨੂੰ ਪ੍ਰੈਜ਼ੈਂਟ ਕੀਤਾ ਸੀ। ਇਸ ਤੋਂ ਇਲਾਵਾ ਕਹਿੰਦੇ ਬਿਫੋਰ ਪਾਸਿੰਗ ਅਵੇ ਗੁਰੂ ਨਾਨਕ ਦੇਵ ਜੀ ਰੀਨੇਮਡ ਭਾਈ ਲਹਿਣਾ ਐਜ਼ ਅ ਅੰਗਦ ਫਰੋਮ ਅੰਗ ਔਰ ਵੰਸ ਔਨ ਬੋਡੀ ਪਾਰਟ। ਕਹਿੰਦੇ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ 1539 ਦੇ ਵਿੱਚ, ਉਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਜੋ ਬਚਪਨ ਦਾ ਨੇਮ ਸੀ ਭਾਈ ਲਹਿਣਾ ਜੀ ਨੂੰ ਚੇਂਜ ਕਰਕੇ ਗੁਰੂ का एक अंग दस के रिप्रेजेंट किया सी गुरु अंगद देव जी एंड इंस्टॉल्ड हिम एज अ सक्सेसर आफ्टर गुरु नानक देव जी। गुरु नानक देव जी दे गुरु अंगद देव जी की बने सन? सक्सेसर बने सन। ते गुरु अंगद देव जी ने ज्योति जोत समाउण तो पहला गुरु अंगद देव जी ने ज्योति जोत समाउण तो पहला इस गद्दी नूं किन्हां नूं दित्ता सी? तां गुरु अमरदास जी नूं दित्ता सी, जो साडी जे पुछया जाए कि सब तो वड्डी उम्र के गुरु साहबान कौन बने ने? 73 एज के सन जो गुरु बने सन, गुरु अमरदास जी सन। तो आप एक बार रिवाइज कर लेने। पहला देखा जाए गुरु अंगद देव जी का जन्म 1504 मट्टे की सराई दे विच मुक्तसर डिस्ट्रिक्ट दे विच होया सी, मुक्तसर साहिब, जिन्हों अपना खिदराने की ढाब भी कहा जाता है। माता पिता का नाम फेरूमल ते माता का नाम माता दया कौर सी। उन्होंने अगर पूछा जाए कि उन्होंने पत्नी का नाम तो बीबी खीवी उन्होंने पत्नी का नाम सी। पुत्रां का पूछा जाए दासू भाई दातू, डॉटर सी उन्होंने अमरो। ठीक है, पूछा जाता एग्जाम दे विच। उन्हां दा अगर देखा जाए कि गद्दी टाइम पीरियड कितना रहा 1539 तो लैके 1552 तक उन्होंने सिख धर्म की गद्दी नूं संभालिया। इस तो इलावा उन्होंने किस चीज़ नूं इन्वेंट किया सी? तो आंसर होएगा गुरमुखी लिपि नूं इन्वेंट किया सी। उन्होंने की चलाए सन? मल अखाड़े उन्होंने वालों चलाए गए सन। उन्होंने किहड़ी स्थिति किहड़ा शहर वसाया सी? तो आंसर होएगा कि खडूर साहिब, जो अजकल कित्थे तरन तारण दे विच सिचुएटेड है। यह शहर सी जो गुरु अंगद देव जी के द्वारा वसाया गया सी। हुण किन्हां दे समकाली सन? जिन्हां दे कंटैंपरेरी सन हिमायू ते शेरशाह सूरी दे कंटैंपरेरी सन। कौन? गुरु अंगद देव जी सी। उन्होंने सक्सैसर अगे गद्दी किन्हों संभाल के गए सन? गुरु अमरदास जी नूं गद्दी संभाल के गए सन। तो इन्हां दी अगर कंपोजिशन पूछी जाए तो आंसर आएगा कि भाई बाले वाली साखी देखो किन्हां ने लिखी सी? भाई बाले वाली साखी गुरु अंगद देव जी ने लिखवाई सी। भाई बाले वाली साखी की सी? गुरु नानक देव जी की जो जीवन कथा सी उसनूं की कहा जाता है? भाई बाले वाली साखी गुरु नानक देव जी की बायोग्राफी सी जो गुरु अंगद देव जी के द्वारा लिखवाई गई सी। इस तो इलावा ज्योति जोत 1552 दे विच खंडूर साहिब विखे ने ज्योति जोत समा गए सन 1552 1552 दे विच। नैक्सट गुरु साहबान की गल करांगे। गुरु अमरदास जी सन। गुरु अंगद देव जी ज्योति जोत समाउण तो पहला 1552 दे विच ज्योति जोत समाउण तो पहला गुरु अंगद देव जी अपनी गद्दी किन्हां नूं संभाल गए सन? गुरु अमरदास जी नूं संभाल गए सन। ते गुरु अमरदास जी सिखां दे तीसरे गुरु होए हन। ते इस तो इलावा कि गुरु अमरदास जी अगर पूछा जाए एग्जामिनर वालों पूछा जा सकता है कि सिख धर्म दे विच सब तो वड्डी उम्र के किहड़े गुरु साहबान होए ने? तो आंसर होएगा गुरु अमरदास जी होए ने। ठीक है जी। सो आप डिस्कस कर लेने इंपॉर्टेंट पॉइंट्स एग्जाम पॉइंट ऑफ व्यू नाल। तो गुरु अमरदास जी का अगर जन्म पूछा जाए तो 1479 1479 दे विच होया ते ज्योति जोत ओह समाए सी 1574 दे विच। तां गुरु अमरदास जी का जन्म तिथि का तुहानूं पता होना चाहिए। इस तो इलावा कहते 16 अप्रैल 1552 एट एज ऑफ 73 following the footsteps of Shri Guru Angad Dev Ji Sahib who left for his heavenly abode 29 March 1552 age 48। ठीक है जी। वो जो ज्योति जोत समा गए सन तो अपनी गद्दी किन्हां नूं दे गए सन? गुरु अमरदास जी नूं दे के गए सन। इस तो इलावा ये पूछा जा सकता है कि गुरु अमरदास जी के बच्चों के नाम पूछे जा सकते हैं। कहते गुरु जी वाज एल्डर सन ऑफ तेज पहला आप देखांगे कि गुरु अमरदास जी के पिता का नाम की सी? तो
ਤਾਂ ਉਹਨਾਂ ਦਾ ਨਾਮ ਸੀ ਸ੍ਰੀ ਤੇਜਭਾਨ ਜੀ, ਉਹਨਾਂ ਦੇ ਪਿਤਾ ਦਾ ਨਾਮ ਸੀ। ਮਾਤਾ ਦਾ ਨਾਮ ਲక్ష్ਮੀ ਜੀ, ਉਹਨਾਂ ਦੀ ਮਾਤਾ ਦਾ ਨਾਮ ਸੀ। ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਸੀ। ਕਹਿੰਦੇ ਦਾ ਥਰਡ ਸਿੱਖ ਗੁਰੂ ਵਾਸ ਮੈਰਿਡ ਟੂ ਮਾਤਾ ਮਨਸਾ ਦੇਵੀ, ਇਹਨਾਂ ਦੀ ਜੋ ਪਤਨੀ ਸੀ ਉਹ ਉਹਨਾਂ ਦਾ ਨਾਮ ਮਨਸਾ ਦੇਵੀ ਸੀ। ਇਸ ਤੋਂ ਇਲਾਵਾ ਉਹਨਾਂ ਦੇ ਜੋ ਪੁੱਤਰ ਸਨ ਭਾਈ ਮੋਹਨ ਤੇ ਭਾਈ ਮੋਰੀ ਜੀ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਭਾਈ ਮੋਹਨ ਤੇ ਭਾਈ ਮੋਰੀ ਜੀ ਕਿਹਨਾਂ ਦੇ ਪੁੱਤਰ ਸਨ? ਗੁਰੂ ਅਮਰਦਾਸ ਜੀ ਦੇ ਪੁੱਤਰ ਸਨ। ਇਸ ਤੋਂ ਇਲਾਵਾ ਉਹਨਾਂ ਦੀਆਂ ਦੋ ਪੁੱਤਰੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਨੀ। ਹੁਣ ਜੋ ਬੀਬੀ ਭਾਨੀ ਨੇ, ਬੀਬੀ ਭਾਨੀ ਜੀ ਇੱਕ ਗੁਰੂ ਦੀ ਬੇਟੀ, ਇੱਕ ਗੁਰੂ ਦੀ ਪਤਨੀ ਤੇ ਇੱਕ ਗੁਰੂ ਦੀ ਕੀ ਹੋਏ ਨੇ? ਮਾਤਾ ਹੋਏ ਨੇ। ਇਹ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਉਹ ਕਿਹੜੇ ਮਾਤਾ ਨੇ ਜੋ ਇੱਕ ਗੁਰੂ ਦੀ ਪਤਨੀ, ਇੱਕ ਗੁਰੂ ਦੀ ਪੁੱਤਰੀ ਤੇ ਇੱਕ ਗੁਰੂ ਦੀ ਬੀਵੀ ਬਣੇ ਸਨ? ਤਾਂ ਆਨਸਰ ਕੀ ਹੋਏਗਾ? ਮਾਤਾ ਬਣੇ ਸਨ ਤਾਂ ਆਨਸਰ ਹੋਏਗਾ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ, ਗੁਰੂ ਰਾਮਦਾਸ ਜੀ ਦੀ ਪਤਨੀ ਤੇ ਗੁਰੂ ਅਰਜਨ ਦੇਵ ਜੀ ਦੇ ਕੀ ਸਨ? ਮਾਤਾ ਸਨ। ਸੋ ਇਹ ਐਗਜ਼ਾਮ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ। ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਕੀ ਸਨ? ਸੁਪੁੱਤਰੀ ਸਨ। ਸੋ ਨੈਕਸਟ ਅਗਰ ਗੱਲ ਕੀਤੀ ਜਾਵੇ ਤਾਂ ਗੁਰੂ ਅਮਰਦਾਸ ਜੀ ਦੇ ਟੋਟਲ 907 ਜਿਹੜੇ ਹਿਊਮਨਸ ਨੇ ਜੋ ਸਾਡੇ ਕਿਹਦੇ ਚ ਇਨਕੋਰਪੋਰੇਟ ਕੀਤੇ ਗਏ ਨੇ, ਕਿਹਦੇ ਚ ਦਰਜ ਕੀਤੇ ਗਏ ਨੇ? 907 ਹਿਊਮਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਅਕਬਰ ਦੇਖੋ ਇੱਕ ਹੀ ਮੁਗਲ ਐਮਪਾਇਰ ਸੀ ਜੋ ਅੱਛਾ ਬੰਦਾ ਹੋਇਆ ਸੀ। ਮੁਗਲ ਐਮਪਾਇਰ ਸੀ ਅਕਬਰ ਨੇ ਕਿਸ ਦੇ ਦਰਬਾਰ ਦੇ ਵਿੱਚ ਬੈਠ ਕੇ, ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਸੀ? ਤਾਂ ਆਨਸਰ ਹੋਏਗਾ ਗੁਰੂ ਅਮਰਦਾਸ ਜੀ ਦੇ। ਬਹੁਤ ਵਾਰ ਰਿਪੀਟਡਲੀ ਕੁਐਸਚਨ ਪੁੱਛਿਆ ਗਿਆ ਹੈ ਕਿ ਅਕਬਰ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਸੀ ਤਾਂ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਸੀ ਕਿ ਤੁਹਾਨੂੰ ਸੰਗਤ ਦੇ ਵਿੱਚ ਪੰਗਤ ਕਰਨੀ ਪਏਗੀ, ਤੁਹਾਨੂੰ ਲੰਗਰ ਛਕਣਾ ਪਏਗਾ। ਤਾਂ ਅਕਬਰ ਨੇ ਕੀ ਹੈ? ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਆ ਕੇ ਉੱਥੇ ਕੀ ਕੀਤਾ ਸੀ? ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਲੰਗਰ ਛਕਿਆ ਸੀ ਪੂਰੀ ਸੰਗਤ ਦੇ ਵਿੱਚ ਬੈਠ ਕੇ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਸੀ? ਗੁਰੂ ਅਮਰਦਾਸ ਜੀ ਨੇ ਕਾਸਟ ਸਿਸਟਮ ਨੂੰ ਅਬੋਲਿਸ਼ ਕੀਤਾ ਸੀ। ਜਾਤ ਪਾਤ ਪ੍ਰਥਾ ਨੂੰ ਕਿਹਨਾਂ ਦੇ ਦੁਆਰਾ ਖਤਮ ਕੀਤਾ ਗਿਆ ਸੀ? ਗੁਰੂ ਅਮਰਦਾਸ ਜੀ ਦੇ ਦੁਆਰਾ ਖਤਮ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਤੀ ਪ੍ਰਥਾ, ਦੇਖੋ ਸਤੀ ਪ੍ਰਥਾ ਵੀ ਪੁੱਛੀ ਜਾਂਦੀ ਹੈ। ਹੁਣ ਅਗਰ ਤਾਂ ਪੁੱਛ ਲਿਆ ਜਾਵੇ ਮਾਡਰਨ ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਤਾਂ 1829 ਦੇ ਵਿੱਚ ਵਿਲੀਅਮ ਬੈਂਟਿਕ ਨੇ ਤੇ ਰਾਜਾ ਰਾਮ ਮੋਹਨ ਰਾਏ ਦੁਆਰਾ ਖਤਮ ਕੀਤੀ ਗਈ ਸੀ ਸਤੀ ਪ੍ਰਥਾ। ਅਗਰ ਗੁਰੂ ਸਾਹਿਬਾਨ ਦੇ ਪੁਆਇੰਟ ਆਫ ਵਿਊ ਨਾਲ ਪੁੱਛਿਆ ਜਾਵੇ ਤਾਂ ਸਤੀ ਪ੍ਰਥਾ ਕਿਹਨਾਂ ਦੇ ਦੁਆਰਾ ਖਤਮ ਕੀਤੀ ਗਈ ਸੀ? ਗੁਰੂ ਅਮਰਦਾਸ ਜੀ ਨੇ ਕੀ ਕੀਤਾ ਸੀ? ਪਰਦਾ ਦੋ ਪ੍ਰਥਾਵਾਂ ਸੀ, ਇੱਕ ਤਾਂ ਸਤੀ ਪ੍ਰਥਾ ਸੀ। ਸਤੀ ਪ੍ਰਥਾ ਕੀ ਹੁੰਦਾ ਹੈ? ਅਗਰ ਕਿਸੇ ਹਸਬੈਂਡ ਦੀ ਡੈਥ ਹੋ ਜੇ, ਕਿਸੇ ਦੇ ਹਸਬੈਂਡ ਦੀ ਪਤੀ ਦੀ ਡੈਥ ਹੋ ਜੇ ਤਾਂ ਪਤਨੀ ਨੂੰ, ਉਸਦੀ ਵਾਈਫ ਨੂੰ ਉਹਦੇ ਨਾਲ ਹੀ ਜਿੰਦਾ ਜਲਾ ਦਿੱਤਾ ਜਾਂਦਾ ਸੀ। ਉਹ ਹੁੰਦੀ ਸੀ ਸਾਡੀ ਸਤੀ ਪ੍ਰਥਾ, ਜੋ ਕਿਹਨਾਂ ਦੇ ਦੁਆਰਾ ਖਤਮ ਕੀਤੀ ਗਈ ਸੀ? ਗੁਰੂ ਅਮਰਦਾਸ ਜੀ ਦੇ ਦੁਆਰਾ ਖਤਮ ਕੀਤੀ ਗਈ ਸੀ। ਇਸ ਤੋਂ ਇਲਾਵਾ ਸੀ ਪਰਦਾ ਸਿਸਟਮ, ਮਤਲਬ ਘੁੰਡ ਕੱਢ ਕੇ ਰੱਖਣਾ ਹੁੰਦਾ ਸੀ ਲੜਕੀਆਂ ਨੂੰ, ਉਹ ਵੀ ਪ੍ਰਥਾ ਕਿਹਨਾਂ ਦੇ ਦੁਆਰਾ ਖਤਮ ਕੀਤੀ ਗਈ ਸੀ? ਗੁਰੂ ਅਮਰਦਾਸ ਜੀ ਦੇ ਦੁਆਰਾ। ਤੇ ਉਹਨਾਂ ਨੇ ਕਿਹਾ ਸੀ ਕਿ ਵਿਧਵਾ ਦਾ ਦੁਆਰਾ ਵਿਡੋ ਰੀਮੈਰਿਜ, ਠੀਕ ਹੈ, ਵਿਧਵਾ ਦਾ ਦੁਆਰਾ ਵਿਆਹ ਕੀਤਾ ਜਾ ਸਕਦਾ ਹੈ। ਇਹ ਵੀ ਗੁਰੂ ਅਮਰਦਾਸ ਜੀ ਨੇ ਹੀ ਪ੍ਰਥਾ ਨੂੰ ਚਲਾਇਆ ਸੀ। ਅਗਰ ਹੁਣ ਮਾਡਰਨ ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਦੇਖੋਗੇ ਤਾਂ ਸਤੀ ਪ੍ਰਥਾ ਆਪਣੇ ਵਿਲੀਅਮ ਬੈਂਟਿੰਗ ਨੇ 1829 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਮਦਦ ਦੇ ਨਾਲ ਖਤਮ ਕੀਤੀ ਸੀ। ਤੇ ਵਿਡੋ ਰੀਮੈਰਿਜ ਐਕਟ 1856 ਦੇ ਵਿੱਚ ਲਾਰਡ ਡਲਹੌਜ਼ੀ ਨੇ ਈਸ਼ਵਰ ਚੰਦਰ ਵਿਦਿਆਸਾਗਰ ਦੀ ਮਦਦ ਦੇ ਨਾਲ ਸਟਾਰਟ ਕੀਤਾ ਸੀ, ਜੋ ਰਿਲੇਟ ਕਰਦੇ ਨੇ ਗੁਰੂ ਅਮਰਦਾਸ ਜੀ ਦੇ ਨਾਲ। ਇਸ ਤੋਂ ਇਲਾਵਾ ਮੰਜੀ, 22 ਮੰਜੀਆਂ ਵਾਲਾ ਜਿਹੜਾ ਕਨਸੈਪਟ ਹੈ ਮੰਜੀ ਪ੍ਰਥਾ, ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਮੰਜੀ ਪ੍ਰਥਾ ਕਿਹਨਾਂ ਦੇ ਦੁਆਰਾ ਸਟਾਰਟ ਕੀਤੀ ਗਈ ਸੀ? ਤਾਂ ਆਨਸਰ ਹੋਏਗਾ ਗੁਰੂ ਅਮਰਦਾਸ ਜੀ ਦੇ ਦੁਆਰਾ ਸਟਾਰਟ ਕੀਤੀ ਗਈ ਸੀ। ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਟਰਮ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ? ਤਾਂ ਆਨਸਰ ਹੋਏਗਾ ਕਿ ਗੋਇੰਦਵਾਲ ਸਾਹਿਬ, ਠੀਕ ਹੈ ਜੀ, ਕਿ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ? ਗੋਇੰਦਵਾਲ ਸਾਹਿਬ ਵਸਾਇਆ ਸੀ। ਕਿਹੜੀ ਰਿਵਰ ਦੇ ਉੱਤੇ? ਬਿਆਸ ਰਿਵਰ ਦੇ ਉੱਤੇ। 1552 ਦੇ ਵਿੱਚ ਗੋਇੰਦਵਾਲ ਸ਼ਹਿਰ ਵਸਾਇਆ ਗਿਆ ਸੀ ਬਿਆਸ ਰਿਵਰ ਦੇ ਕੰਢੇ ਦੇ ਉੱਤੇ। ਕਿਹਨਾਂ ਦੇ ਦੁਆਰਾ? ਗੁਰੂ ਅਮਰਦਾਸ ਜੀ ਨੇ ਵਸਾਇਆ ਸੀ। ਇਸ ਤੋਂ ਇਲਾਵਾ ਜੋ ਜੋਤੀ ਜੋ ਸਮਾਏ ਸਨ ਉਹ 95 ਸਾਲ ਦੀ ਉਮਰ ਦੇ ਵਿੱਚ 95 ਦੀ ਏਜ ਦੇ ਵਿੱਚ ਆਪਣੇ ਗੁਰੂ ਅਮਰਦਾਸ ਜੀ ਜੋਤੀ ਜੋ ਸਮਾ ਗਏ ਸਨ ਤੇ ਆਪਣੀ ਗੱਦੀ ਉਹ ਕਿਹਨਾਂ ਨੂੰ ਦੇ ਕੇ ਗਏ ਸਨ? ਗੁਰੂ ਰਾਮਦਾਸ ਜੀ ਜੋ ਸਿੱਖਾਂ ਦੇ ਚੌਥੇ ਗੁਰੂ ਬਣੇ ਸਨ, ਜੋ ਉਹਨਾਂ ਦੇ ਜਵਾਈ ਵੀ ਸਨ। ਬੀਬੀ ਭਾਨੀ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਭਾਈ ਜੇਠਾ ਜੀ ਕਿਹਾ ਜਾਂਦਾ ਸੀ, ਉਹਨਾਂ ਦੇ ਨਾਲ ਕਰਵਾਇਆ ਸੀ ਤੇ ਉਹਨਾਂ ਨੂੰ ਹੀ ਅੱਗੇ
ਗੁਰੂ ਸਿੱਖਾਂ ਦੇ ਚੌਥੇ ਗੁਰੂ ਦੀ ਗੱਦੀ ਦੇ ਉੱਤੇ ਬਿਠਾਇਆ ਸੀ। ਕਹਿੰਦੇ ਹੀ ਡਿਡਨਟ ਡਾਈ, ਉਹ ਜੋਤੀ ਜੋਤ ਨਹੀਂ ਸੀ ਸਮਾਏ, ਮਰੇ ਨਹੀਂ ਸੀ। ਹਿਸ ਬੋਡੀ ਵਾਸ ਆਫ ਨੋ ਯੂਜ਼, ਹਿਸ ਸੋਲ ਇਜ਼ ਅਲਾਈਵ ਮਰਜਡ ਵਿਦ ਗੋਡ। ਕਹਿੰਦੇ ਉਹਨਾਂ ਦੀ ਜਿਹੜੀ ਰੂਹ ਸੀ ਉਹ ਪਰਮਾਤਮਾ ਦੇ ਨਾਲ ਕੀ ਹੈ, ਮਿਲ ਗਈ ਸੀ। ਸੋ ਇਹ ਤੁਹਾਡਾ ਦਿੱਤਾ ਹੋਇਆ ਕੰਸੈਪਟ ਕਿ ਗੋਇੰਦਵਾਲ ਸਾਹਿਬ ਨੂੰ ਕਿਵੇਂ ਵਸਾਇਆ ਗਿਆ ਸੀ, ਇਹ ਤੁਸੀਂ ਰੀਡ ਡਾਊਨ ਕਰ ਸਕਦੇ ਹੋ। ਬਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਗੋਇੰਦਵਾਲ ਸਾਹਿਬ ਕਿਹਨਾਂ ਦੇ ਦੁਆਰਾ ਵਸਾਇਆ ਗਿਆ ਸੀ, ਤਾਂ ਗੁਰੂ ਅਮਰਦਾਸ ਜੀ ਦੇ ਦੁਆਰਾ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ ਹੈ ਕਿ ਗੋਇੰਦਵਾਲ ਸਾਹਿਬ ਵਿਖੇ ਜਿਹੜੀ ਬੌਲੀ ਹੈ, ਇਹ ਵੀ ਪੁੱਛਿਆ ਜਾਏਗਾ ਕਿ ਬੌਲੀ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਕਿੱਥੇ ਕਰਵਾਈ ਗਈ ਹੈ, ਤਾਂ ਆਨਸਰ ਹੋਏਗਾ ਬੌਲੀ ਦੀ ਕੰਸਟਰਕਸ਼ਨ ਗੋਇੰਦਵਾਲ ਸਾਹਿਬ ਵਿਖੇ ਕਰਵਾਈ ਗਈ ਹੈ। ਕਹਿੰਦੇ ਗੁਰੂ ਅੰਗਦ ਦੇਵ ਜੀ ਲੇਡ ਦਾ ਫਾਊਂਡੇਸ਼ਨ ਆਫ ਬੌਲੀ ਸੋਰਸ ਆਫ ਵਾਟਰ। ਬੌਲੀ ਕੀ ਹੁੰਦੀ ਹੈ? ਬੌਲੀ ਸੀ ਜਿੱਥੋਂ ਪਾਣੀ ਕੱਢਦੇ ਸੀ, ਬਹੁਤ ਡੂੰਘਾ ਜਿਹਾ ਖੂਹ ਹੁੰਦਾ ਸੀ, ਇੱਕ ਪਾਣੀ ਕੱਢਿਆ ਜਾਂਦਾ ਸੀ, ਉਹਦੀ ਫਾਊਂਡੇਸ਼ਨ, ਉਹਦਾ ਜਿਹੜਾ ਸਟੋਨ ਸੀ ਉਹ ਕਿਹਨਾਂ ਨੇ ਰੱਖਿਆ ਸੀ? ਗੁਰੂ ਅੰਗਦ ਦੇਵ ਜੀ ਨੇ ਰੱਖਿਆ ਸੀ। ਕਿੱਥੇ ਰੱਖਿਆ ਸੀ? ਗੋਇੰਦਵਾਲ ਸਾਹਿਬ ਵਿਖੇ ਰੱਖਿਆ ਹੋਇਆ ਸੀ। whose work complete in 5059 AD। ਕਹਿੰਦੇ 1559 ਦੇ ਵਿੱਚ ਉਸ ਕੰਮ ਨੂੰ ਕੰਪਲੀਟ ਕਰਵਾਇਆ ਗਿਆ। ਕਹਿੰਦੇ 84 steps this ਬੌਲੀ were the constructor। ਕਹਿੰਦੇ ਮਤਲਬ ਪੌੜੀਆਂ 84 ਪੌੜੀਆਂ ਬਣਾਈਆਂ ਗਈਆਂ ਸਨ ਉਸ ਬੌਲੀ ਤੱਕ ਪਹੁੰਚਣ ਦੇ ਲਈ, ਪਾਣੀ ਕੱਢਣ ਦੇ ਲਈ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਸਨ? 84 ਮਤਲਬ 84 ਪੌੜੀਆਂ ਬਣਾਈਆਂ ਗਈਆਂ ਸਨ। ਕਹਿੰਦੇ ਨੇ ਨਾ ਸਾਡੀਆਂ 84 ਲੱਖ ਜੂਨਾਂ ਹੁੰਦੀਆਂ ਨੇ, ਸੋ 84 ਪੌੜੀਆਂ ਬਣਾਈਆਂ ਗਈਆਂ ਸਨ। ਕਹਿੰਦੇ ਐਜ਼ ਅ ਰਿਜ਼ਲਟ ਆਫ 6 ਗॉड ਐਂਡ ਇੰਡੀਪੈਂਡੈਂਟ ਰਿਲੀਜੀਅਸ ਪਲੇਸ ਆਫ ਦਾ ਪਿਲਗ੍ਰਿਮੇਜ। ਓਕੇ ਜੀ, ਸੋ ਪੁੱਛਿਆ ਜਾ ਸਕਦਾ ਹੈ ਕਿ ਬੌਲੀ ਕਿੱਥੇ ਬਣਾਈ ਗਈ ਹੈ, ਤਾਂ ਆਨਸਰ ਹੋਏਗਾ ਗੋਇੰਦਵਾਲ ਵਿਖੇ। ਸੋ ਅੱਗੇ ਗੱਲ ਕਰੀਏ ਉਹਨਾਂ ਦਾ ਜਨਮ, ਇੱਕ ਵਾਰ ਰਿਵਾਈਜ਼ ਕਰ ਲਈਏ ਕਿ ਗੁਰੂ ਅਮਰਦਾਸ ਜੀ ਦਾ ਜਨਮ 1479 ਦੇ ਵਿੱਚ ਹੋਇਆ ਸੀ, ਬਸਕਾਰੇ ਦੇ ਵਿੱਚ। ਠੀਕ ਹੈ, ਮਾਤਾ ਦਾ ਨਾਮ, ਪਿਤਾ ਦਾ ਨਾਮ ਤੇਜਭਾਨ ਜੀ ਤੇ ਮਾਤਾ ਭਗਤ ਕੌਰ ਜੀ ਸਨ। ਇਸ ਤੋਂ ਇਲਾਵਾ ਉਹਨਾਂ ਦੀ ਜੋ ਉਹਨਾਂ ਦੀ ਪਤਨੀ ਸੀ ਉਹ ਮਨਸਾ ਦੇਵੀ ਸਨ। ਉਹਨਾਂ ਦੇ ਪੁੱਤਰ ਤੇ ਉਹਨਾਂ ਦੀਆਂ ਪੁੱਤਰੀਆਂ ਦੀ ਗੱਲ ਕਰੀਏ, ਪੁੱਤਰ ਸਨ ਮੌਰੀ ਤੇ ਮੋਹਨ, ਤੇ ਉਹਨਾਂ ਦੇ ਜੋ ਦਾਨੀ ਤੇ ਭਾਨੀ ਉਹਨਾਂ ਦੀਆਂ ਕੀ ਸਨ? ਪੁੱਤਰੀਆਂ ਸਨ। ਇਸ ਤੋਂ ਇਲਾਵਾ ਉਹਨਾਂ ਨੂੰ ਗੱਦੀ ਟਾਈਮ ਪੀਰੀਅਡ ਦੱਸਿਆ ਹੋਇਆ ਕਿ 1552 ਤੋਂ ਲੈ ਕੇ 1574 ਤੱਕ ਉਹਨਾਂ ਦਾ ਗੱਦੀ ਦਾ ਟਾਈਮ ਪੀਰੀਅਡ ਰਿਹਾ ਹੈ। ਤੇ ਉਹਨਾਂ ਨੇ ਕਿਹੜੀ ਸਟਾਰਟ ਕੀਤਾ ਸੀ? ਮੰਜੀ ਸਿਸਟਮ। ਕਿੰਨੀਆਂ ਮੰਜੀਆਂ? 22 ਮੰਜੀਆਂ, ਮੰਜੀ ਸਿਸਟਮ ਨੂੰ ਸਟਾਰਟ ਕੀਤਾ ਗਿਆ ਸੀ ਗੁਰੂ ਅਮਰਦਾਸ ਜੀ ਦੇ ਦੁਆਰਾ। ਉਹਨਾਂ ਨੇ ਕਿਹੜਾ ਸ਼ਹਿਰ ਵਸਾਇਆ ਸੀ? ਉਹਨਾਂ ਨੇ ਗੋਇੰਦਵਾਲ ਸਾਹਿਬ, ਜੋ ਅੱਜ ਕੱਲ੍ਹ ਕਿੱਥੇ ਤਰਨ ਤਾਰਨ ਦੇ ਵਿੱਚ ਹੈ, ਇਹਨਾਂ ਨੇ ਸ਼ਹਿਰ ਵਸਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਬੌਲੀ ਸਾਹਿਬ ਦੀ ਜੋ ਕੰਸਟਰਕਸ਼ਨ ਹੈ ਗੋਇੰਦਵਾਲ ਵਿਖੇ, ਉਸ ਨੂੰ ਕੰਪਲੀਟ ਕਰਵਾਇਆ ਸੀ। ਸਟੋਨ ਗੁਰੂ ਅੰਗਦ ਦੇਵ ਜੀ ਨੇ ਰਖਵਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਸੀ? ਕਹਿੰਦੇ ਪੰਗਤ ਮਸਟ ਪ੍ਰੋਸੀਡ ਸੰਗਤ। ਕਹਿੰਦੇ ਤੁਹਾਨੂੰ ਲੰਗਰ ਛਕਣਾ ਪਏਗਾ ਗੁਰੂ ਜੀ ਦੇ ਦਰਸ਼ਨ ਦੇ ਆਉਣ ਤੋਂ ਪਹਿਲਾਂ। ਤੇ ਉਹ ਕਿਸ ਦੇ ਕੰਟੈਂਪਰੇਰੀ ਰਹੇ ਨੇ? ਅਕਬਰ ਦੇ ਕੰਟੈਂਪਰੇਰੀ ਰਹੇ ਸਨ। ਤੇ ਉਹਨਾਂ ਦੇ ਸਕਸੈਸਰ, ਅੱਗੇ ਉਹਨਾਂ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਗੱਦੀ ਨੂੰ ਕਿਸ ਨੇ ਸੰਭਾਲਿਆ ਸੀ? ਭਾਈ ਜੇਠਾ ਜੀ ਨੇ ਸੰਭਾਲਿਆ ਸੀ, ਜੋ ਕਿਹੜੇ ਨਾਮ ਨਾਲ ਫੇਮਸ ਹੋਏ ਸਨ? ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਦੇ ਨਾਮ ਨਾਲ ਫੇਮਸ ਹੋਏ ਸਨ। ਤੇ ਉਹਨਾਂ ਨੇ ਕਿਹੜੀ ਬਾਣੀ, ਵੈਰੀ ਵੈਰੀ ਇੰਪੋਰਟੈਂਟ, ਇਹ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਆਨੰਦ ਸਾਹਿਬ ਜਾਂ ਗੁਰੂ ਅਮਰਦਾਸ ਜੀ ਦੇ ਦੁਆਰਾ ਕਿਹੜੀ ਬਾਣੀ ਦੀ ਰਚਨਾ ਕੀਤੀ ਗਈ ਹੈ? ਤਾਂ ਆਨੰਦ ਸਾਹਿਬ ਹੈ, ਜੋ ਉਹ ਕਿਹਨਾਂ ਦੇ ਦੁਆਰਾ ਕੰਪੋਜ਼ ਕੀਤੇ ਗਏ ਨੇ? ਦੇਖੋ, ਇੱਕ ਆਨੰਦ ਕਾਰਜ ਹੈ ਜਿਹਨੂੰ ਲਾਵਾਂ ਕਿਹਾ ਜਾਂਦਾ ਹੈ, ਕਨਫਿਊਜ਼ ਨਹੀਂ ਹੋਣਾ, ਉਹ ਗੁਰੂ ਰਾਮਦਾਸ ਜੀ ਨੇ ਸਟਾਰਟ ਕੀਤਾ। ਤੇ ਆਨੰਦ ਸਾਹਿਬ ਕਿਹਨਾਂ ਦੇ ਦੁਆਰਾ ਲਿਖਿਆ ਗਿਆ, ਕੰਪੋਜ਼ ਕੀਤਾ ਗਿਆ ਹੈ? ਗੁਰੂ ਅਮਰਦਾਸ ਜੀ ਦੇ ਦੁਆਰਾ ਕੰਪੋਜ਼ ਕੀਤਾ ਗਿਆ। ਤੇ ਇਸ ਤੋਂ ਇਲਾਵਾ 1574 ਗੋਇੰਦਵਾਲ ਵਿਖੇ ਕੀ ਹੈ, ਉਹ ਜੋਤੀ ਜੋਤ ਸਮਾ ਗਏ ਸਨ। ਨੈਕਸਟ ਆਪਾਂ ਮੂਵ ਕਰੀਏ, ਗੁਰੂ ਰਾਮਦਾਸ ਜੀ ਬਾਰੇ ਗੱਲ ਕਰਾਂਗੇ। ਜਿਵੇਂ ਆਪਾਂ ਦੇਖਿਆ ਕਿ 1574 ਦੇ ਵਿੱਚ ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਸਨ, ਉਹਨਾਂ ਨੇ ਜਿਹੜੀ ਆਪਣੀ ਗੱਦੀ ਸੀ ਉਹ ਕਿਹਨਾਂ ਨੂੰ ਦਿੱਤੀ ਸੀ? ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਨੂੰ ਦਿੱਤੀ ਸੀ, ਜਿਨ੍ਹਾਂ ਨਾਲ ਉਹਨਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਕੀ ਕਰਵਾਇਆ ਸੀ? ਵਿਆਹ ਕਰਵਾਇਆ ਸੀ। ਸੋ ਅਗਰ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਗੁਰੂ ਰਾਮਦਾਸ ਜੀ ਦਾ ਟਾਈਮ ਪੀਰੀਅਡ ਰਿਹਾ ਹੈ 1534 ਤੋਂ ਲੈ ਕੇ 1581 ਦਾ ਟਾਈਮ ਪੀਰੀਅਡ ਰਿਹਾ ਹੈ। 1574 ਦੇ ਵਿੱਚ ਉਹ ਗੱਦੀ ਦੇ ਉੱਤੇ ਬੈਠੇ ਸਨ। ਤੇ ਭਾਈ ਗੁਰੂ ਰਾਮਦਾਸ ਜੀ ਦਾ ਜੋ ਬਚਪਨ ਦਾ ਨੇਮ ਸੀ ਉਹ ਕੀ ਸੀ? ਜੇਠਾ ਜੀ ਸੀ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਸੀ, ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨੇਮ ਸੀ। ਉਹਨਾਂ ਦੇ ਮਾਤਾ ਪਿਤਾ ਦੀ ਜੋ ਡੈਥ ਹੋ ਗਈ ਸੀ, ਤੇ ਉਹਨਾਂ ਦੇ ਗ੍ਰੈਂਡ ਮਦਰ ਮਤਲਬ ਉਹਨਾਂ ਦੇ ਦਾਦੀ ਜੀ ਨੇ ਉਹਨਾਂ ਨੂੰ ਕੀ ਸੀ? ਪਾਲਿਆ ਪੋਸਿਆ ਸੀ। ਇਸ ਤੋਂ ਇਲਾਵਾ ਕਹਿੰਦੇ ਦਾ ਡਾਟਰ ਆਫ ਗੁਰੂ ਅਮਰਦਾਸ ਜੀ ਮੈਰਿਡ ਟੂ ਭਾਈ ਜੇਠਾ ਜੀ।
ਕਹਿੰਦੇ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨੇ ਨਾਲ ਕੀਤਾ ਸੀ। ਇਸ ਤੋਂ ਇਲਾਵਾ ਕਹਿੰਦੇ ਬਿਕਮ ਅ ਪਾਰਟ ਆਫ ਗੁਰੂ ਅਮਰਦਾਸ ਜੀ ਫੈਮਿਲੀ। ਕਹਿੰਦੇ ਜਦੋਂ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਦਾ ਵਿਆਹ ਭਾਈ ਜੇਠਾ ਜੀ ਦੇ ਨਾਲ ਕੀਤਾ ਤਾਂ ਉਹ ਗੁਰੂ ਅਮਰਦਾਸ ਜੀ ਦੀ ਫੈਮਿਲੀ ਦਾ ਪਰਿਵਾਰ ਦਾ ਇੱਕ ਮੈਂਬਰ ਬਣ ਗਏ ਸਨ। As with the first two Guru Sikhism, Guru Amar Das ji, instead of choosing his own sons, chose Bhai Jetha ji as his successor and renamed him as a Ram Das or a servant of God. ਕਹਿੰਦੇ ਗੁਰੂ ਅਮਰਦਾਸ ਜੀ ਨੇ ਵੀ ਪਹਿਲੇ ਸਿੱਖ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੇ ਤਰੀਕੇ ਦੇ ਨਾਲ ਹੀ ਆਪਣੇ ਪੁੱਤਰਾਂ ਨੂੰ ਛੱਡ ਕੇ ਉਹਨਾਂ ਨੇ ਉਸ ਵਿਅਕਤੀ ਨੂੰ ਗੱਦੀ ਤੇ ਬਿਠਾਇਆ ਜੋ ਉਸ ਗੱਦੀ ਲਈ ਡਿਜ਼ਰਵਿੰਗ ਸਨ। ਕੌਣ ਸਨ? ਭਾਈ ਜੇਠਾ ਜੀ। ਤੇ ਉਹਨਾਂ ਨੂੰ ਇੱਕ ਨਾਮ ਦਿੱਤਾ ਕਿ ਗੁਰੂ ਕੇ ਸਰਵੈਂਟ, ਠੀਕ ਹੈ, ਰਾਮ ਦੇ ਦਾਸ, ਠੀਕ ਹੈ, ਗੁਰੂ ਦੇ ਦਾਸ ਦਾ ਨਾਮ ਦਿੱਤਾ ਗਿਆ ਗੁਰੂ ਰਾਮਦਾਸ ਜੀ ਨੂੰ। ਕਿਹਨਾਂ ਦੇ ਦੁਆਰਾ? ਗੁਰੂ ਅਮਰਦਾਸ ਜੀ ਦੇ ਦੁਆਰਾ। ਤੇ ਆਪਣੀ ਪੁੱਤਰੀ ਦਾ ਵਿਆਹ ਉਹਨਾਂ ਦੇ ਨਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਪੁੱਛਿਆ ਜਾਂਦਾ ਹੈ ਕਿ ਗੁਰੂ ਅੰਮ੍ਰਿਤਸਰ ਦਾ ਜੋ ਨੀਂਹ ਪੱਥਰ ਹੈ ਕਿ ਸ਼ਹਿਰ ਵਸਾਇਆ ਜਾਏਗਾ, ਅੰਮ੍ਰਿਤਸਰ ਸਾਹਿਬ ਕਿਹਨਾਂ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ? ਤਾਂ ਆਨਸਰ ਹੋਏਗਾ ਗੁਰੂ ਅਮਰਦਾਸ ਜੀ ਦੇ ਦੁਆਰਾ। ਗੁਰੂ ਕੀ ਕਾਸ਼ੀ ਕਹਿ ਦਿੰਦੇ ਨੇ ਗੁਰੂ ਆਪਣਾ ਅੰਮ੍ਰਿਤਸਰ ਸਾਹਿਬ ਨੂੰ। ਤੇ ਰਾਮਦਾਸਪੁਰ, ਅੰਮ੍ਰਿਤਸਰ ਸਾਹਿਬ ਦਾ ਇੱਕ ਹੋਰ ਨੇਮ ਹੈ ਕਿਹੜਾ? ਗੁਰੂ ਕੀ ਕਾਸ਼ੀ ਤੇ ਰਾਮਦਾਸਪੁਰ। ਰਾਮਦਾਸਪੁਰ ਕਿਉਂ ਨਾਮ ਰੱਖਿਆ ਗਿਆ ਅੰਮ੍ਰਿਤਸਰ ਸਾਹਿਬ ਦਾ? ਕਿਉਂਕਿ ਅੰਮ੍ਰਿਤਸਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਜੀ ਦੇ ਦੁਆਰਾ ਵਸਾਇਆ ਗਿਆ? ਤਾਂ ਆਨਸਰ ਹੋਏਗਾ ਗੁਰੂ ਰਾਮਦਾਸ ਜੀ ਦੇ ਦੁਆਰਾ ਅੰਮ੍ਰਿਤਸਰ ਸ਼ਹਿਰ ਹੈ ਜੋ ਵਸਾਇਆ ਗਿਆ। ਇਸ ਤੋਂ ਇਲਾਵਾ 638 ਹਿਮਨਸ ਨੇ ਜੋ ਗੁਰੂ ਰਾਮਦਾਸ ਜੀ ਦੇ ਦੁਆਰਾ ਲਿਖੇ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਗਏ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਹਿੰਦੇ ਅਬਾਊਟ 10% ਆਫ ਹਿਮਨਸ, ਕਹਿੰਦੇ ਜਿੰਨੇ ਹਿਮਨਸ ਨੇ ਉਹਦੇ ਵਿੱਚੋਂ 10% ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹਨਾਂ ਦੇ ਦੁਆਰਾ ਲਿਖੇ ਹੋਏ ਦਰਜ ਕੀਤੇ ਗਏ ਨੇ? ਗੁਰੂ ਰਾਮਦਾਸ ਜੀ ਦੇ ਦੁਆਰਾ। ਇਸ ਤੋਂ ਇਲਾਵਾ ਕਹਿੰਦੇ ਰਾਮਦਾਸ along with ਅਮਰਦਾਸ are created with various part of ਆਨੰਦ ਐਂਡ ਲਾਵਾਂ। ਸੋ ਤੁਹਾਨੂੰ ਇਹ ਪੁੱਛਿਆ ਜਾਏਗਾ ਕਿ ਲਾਵਾਂ ਕਿਹਨਾਂ ਦੇ ਦੁਆਰਾ ਕੰਪੋਜ਼ ਕੀਤੀਆਂ ਗਈਆਂ? ਸੋ ਸਿੱਖ ਧਰਮ ਦੇ ਵਿੱਚ ਜੋ ਕੀਤਾ ਜਾਂਦਾ, ਵਿਆਹ ਕੀਤਾ ਜਾਂਦਾ ਹੈ ਤਾਂ ਉਸ ਟਾਈਮ ਲਾਵਾਂ ਲਈਆਂ ਜਾਂਦੀਆਂ ਨੇ ਤੇ ਉਹ ਲਾਵਾਂ ਕਿਹਨਾਂ ਦੇ ਦੁਆਰਾ ਲਿਖੀਆਂ ਗਈਆਂ ਨੇ? ਤਾਂ ਆਨਸਰ ਹੋਏਗਾ ਗੁਰੂ ਰਾਮਦਾਸ ਜੀ ਦੇ ਦੁਆਰਾ। ਕਿਹੜਾ ਸ਼ਹਿਰ ਵਸਾਇਆ ਗਿਆ? ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਇਲਾਵਾ ਕਹਿੰਦੇ ਵਾਈਲ ਗੁਰੂ ਅਮਰਦਾਸ ਇੰਟਰੋਡਿਊਸ ਮੰਜੀ ਸਿਸਟਮ ਆਫ ਰਿਲੀਜੀਅਸ ਆਰਗੇਨਾਈਜੇਸ਼ਨ, ਰਾਮਦਾਸ ਐਕਸਟੈਂਡਡ ਇਟ ਵਿਦ ਦ ਐਡਿੰਗ ਮਸੰਦ ਇੰਸਟੀਟਿਊਸ਼ਨ। ਸੋ ਇਹ ਵੀ ਪੁੱਛਿਆ ਜਾਏਗਾ ਕਿ ਮਸੰਦ ਸਿਸਟਮ ਕਿਸ ਦੇ ਦੁਆਰਾ ਸਟਾਰਟ ਕੀਤਾ ਗਿਆ? ਤਾਂ ਆਨਸਰ ਹੋਏਗਾ ਗੁਰੂ ਰਾਮਦਾਸ ਜੀ ਦੇ ਦੁਆਰਾ। ਜਦੋਂ ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ ਸਟਾਰਟ ਕੀਤਾ ਉਸੇ ਸਮੇਂ ਗੁਰੂ ਅਮਰਦਾਸ ਜੀ ਨੇ ਕੀ ਕੀਤਾ? ਗੁਰੂ ਰਾਮਦਾਸ ਜੀ ਨੇ ਕਿਹੜਾ ਸਿਸਟਮ ਸਟਾਰਟ ਕੀਤਾ ਸੀ? ਮਸੰਦ ਸਿਸਟਮ। ਹੁਣ ਧਿਆਨ ਨਾਲ ਸੁਣ ਲੈਣਾ, ਮੰਜੀ ਸਿਸਟਮ ਗੁਰੂ ਅਮਰਦਾਸ ਜੀ ਨੇ, ਮਸੰਦ ਸਿਸਟਮ ਗੁਰੂ ਰਾਮਦਾਸ ਜੀ ਨੇ ਤੇ ਦਸਵੰਧ ਸਿਸਟਮ ਗੁਰੂ ਅਰਜਨ ਦੇਵ ਜੀ ਨੇ ਸਟਾਰਟ ਕੀਤਾ ਸੀ। ਸੋ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਐਗਜ਼ਾਮ ਦੇ ਵਿੱਚ ਜਾ ਕੇ ਪੁੱਛਿਆ ਗਿਆ ਸੀ। ਨੈਬ ਤਹਿਸੀਲਦਾਰ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਕਿ ਮਸੰਦ ਸਿਸਟਮ ਕਿਹਨਾਂ ਦੇ ਦੁਆਰਾ ਸਟਾਰਟ ਕੀਤਾ ਗਿਆ ਜਾਂ ਕਿਹਨਾਂ ਦੇ ਦੁਆਰਾ ਅਬੋਲਿਸ਼ਡ ਕੀਤਾ ਗਿਆ, ਖਤਮ ਕੀਤਾ ਗਿਆ ਸੀ। ਦੇਖੋ ਇਹ ਹੁੰਦਾ ਕੀ ਸੀ, ਗੁਰਦੁਆਰਾ ਸਾਹਿਬ ਦੇ ਲਈ ਜਦੋਂ ਗਰਾਈ ਕੀਤੀ ਜਾਂਦੀ ਸੀ, ਜਦੋਂ ਕੰਸਟਰਕਸ਼ਨ ਹੁੰਦੀ ਸੀ ਤਾਂ ਗਰਾਈ ਕੀਤੀ ਜਾਂਦੀ ਸੀ ਤੇ ਉੱਥੇ ਉਹਦੇ 'ਚ ਆਪਣਾ ਕੁਛ ਪਾਰਟ ਦੇਣਾ ਹੁੰਦਾ ਸੀ ਕਮਾਈ ਦਾ, ਤਾਂ ਇਹ ਅਬੋਲਿਸ਼ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ। ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਨੈਬ ਤਹਿਸੀਲਦਾਰ ਦੇ ਵਿੱਚ ਕਿ ਜੋ ਮਸੰਦ ਸਿਸਟਮ ਹੈ ਇਹ ਅਬੋਲਿਸ਼ਡ ਕਿਸ ਦੇ ਦੁਆਰਾ, ਖਤਮ ਕਿਸ ਦੇ ਦੁਆਰਾ ਕੀਤਾ ਗਿਆ ਸੀ? ਤਾਂ ਆਨਸਰ ਹੋਏਗਾ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਇਸ ਨੂੰ ਖਤਮ ਕੀਤਾ ਗਿਆ ਸੀ ਤੇ ਸਟਾਰਟ ਮਸੰਦ ਸਿਸਟਮ ਨੂੰ ਗੁਰੂ ਰਾਮਦਾਸ ਜੀ ਦੇ ਦੁਆਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਦੇ ਪੁੱਤਰਾਂ ਦੀ ਗੱਲ ਕਰੀਏ ਤਾਂ ਕਹਿੰਦੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਚੂਜ਼ ਕੀਤਾ ਸੀ ਆਪਣੇ ਪੁੱਤਰਾਂ ਦੇ ਵਿੱਚੋਂ ਗੱਦੀ ਦੇਣ ਦੇ ਲਈ। ਕਹਿੰਦੇ ਗੁਰੂ ਰਾਮਦਾਸ ਜੀ ਜੋਤੀ ਜੋ ਸਮਾਏ ਸਨ 1 ਸਤੰਬਰ 1581 ਦੇ ਵਿੱਚ ਕਿੱਥੇ ਸਮਾਏ ਸਨ? ਗੋਇੰਦਵਾਲ ਸਾਹਿਬ ਵਿਖੇ, ਜਿੱਥੇ ਗੁਰੂ ਅਮਰਦਾਸ ਜੀ ਸਮਾਏ ਸਨ। ਤੇ ਉਹਨਾਂ ਨੇ ਅੱਗੇ ਆਪਣੀ ਗੱਦੀ ਦੇ ਲਈ ਕਿਸ ਨੂੰ ਚੁਣਿਆ ਸੀ? ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ, ਜੋ ਸਿੱਖਾਂ ਦੇ 5ਵੇਂ ਗੁਰੂ ਬਣੇ ਸਨ। ਸੋ ਆਪਾਂ ਗੱਲ ਕਰੀਏ ਇੱਕ ਰਿਵੀਜ਼ਨ ਪੱਖੋਂ ਇਸ ਗੁਰੂ ਸਾਹਿਬਾਨ ਦੀ ਇੰਪੋਰਟੈਂਟ ਚੀਜ਼ਾਂ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਗੁਰੂ ਰਾਮਦਾਸ ਜੀ ਦਾ ਜੋ ਬਰਥ ਸੀ 1534 ਵਿੱਚ ਚੌਨਾ ਮੰਡੀ ਲਾਹੌਰ ਦੇ ਵਿੱਚ ਉਹਨਾਂ ਦਾ ਬਰਥ ਹੋਇਆ ਸੀ।
ਮਾਤਾ ਤੇ ਪਿਤਾ ਦਾ ਨਾਮ ਗੱਲ ਕਰੀਏ ਤਾਂ ਹਰੀਦਾਸ ਉਹਨਾਂ ਦੇ ਪਿਤਾ ਜੀ ਤੇ ਮਾਤਾ ਦਇਆ ਕੌਰ ਸਨ। ਉਹਨਾਂ ਦੀ ਪਤਨੀ ਦਾ ਤੁਹਾਨੂੰ ਪਤਾ ਹੈ ਬੀਬੀ ਭਾਨੀ ਜੀ ਜੋ ਗੁਰੂ ਅਮਰਦਾਸ ਜੀ ਦੇ ਪੁੱਤਰੀ ਸਨ। ਉਹਨਾਂ ਦੇ ਪੁੱਤਰਾਂ ਦੀ ਗੱਲ ਕਰੀਏ ਪ੍ਰਿਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ। ਅਰਜਨ ਦੇਵ ਜੀ ਨੂੰ ਉਹਨਾਂ ਨੇ ਅੱਗੇ ਆਪਣੇ ਸਕਸੈਸਰ ਚੁਣਿਆ ਸੀ। ਉਹਨਾਂ ਦਾ ਜੋ ਟਾਈਮ ਪੀਰੀਅਡ ਰਿਹਾ ਉਹ 1574 1574 ਤੋਂ ਲੈ ਕੇ 1581 ਤੱਕ ਉਹਨਾਂ ਦਾ ਗੱਦੀ ਦਾ ਟਾਈਮ ਪੀਰੀਅਡ ਰਿਹਾ। ਤੇ ਉਹਨਾਂ ਨੇ ਕਿਹੜੀ ਪ੍ਰਥਾ ਸਟਾਰਟ ਕੀਤੀ ਸੀ? ਮਸੰਦ ਸਿਸਟਮ ਉਹਨਾਂ ਨੇ ਸਟਾਰਟ ਕੀਤਾ ਸੀ। ਇਸ ਤੋਂ ਇਲਾਵਾ ਕਹਿੰਦੇ ਮੋਸਟ ਡਿਸਟਿੰਗੁਇਸ਼ਡ ਆਫ ਹਿਜ਼ ਮਿਸ਼ਨਰੀਜ਼ ਭਾਈ ਗੁਰਦਾਸ ਜੀ ਉਹਨਾਂ ਦੇ ਨਾਲ ਰਹਿੰਦੇ ਸਨ। ਉਹਨਾਂ ਨੇ ਕਿਹੜੀ ਸਿਟੀ ਫਾਊਂਡ ਕੀਤੀ ਸੀ? ਅੰਮ੍ਰਿਤਸਰ ਸਾਹਿਬ, ਜਿਸ ਨੂੰ ਗੁਰੂ ਕਾ ਚੱਕ ਤੇ ਰਾਮਦਾਸਪੁਰ ਵੀ ਕਿਹਾ ਜਾਂਦਾ ਹੈ, ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕੰਟੈਂਪਰੇਰੀ ਕੌਣ ਰਹੇ? ਸਮਕਾਲੀ ਕੌਣ ਰਹੇ? ਅਕਬਰ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਦੇ ਜੋ ਸਕਸੈਸਰ ਨੈਕਸਟ ਗੁਰੂ ਸਾਹਿਬਾਨ ਪੰਜਵੇਂ ਗੁਰੂ ਕੌਣ ਬਣੇ? ਗੁਰੂ ਅਰਜਨ ਦੇਵ ਜੀ ਬਣੇ। ਤੇ ਉਹਨਾਂ ਦੀਆਂ ਕੰਪੋਜੀਸ਼ਨਸ ਕਿਹੜੀਆਂ-ਕਿਹੜੀਆਂ ਆਪਣੇ ਐਡ ਕੀਤੀਆਂ ਗਈਆਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ 1581 ਦੇ ਵਿੱਚ ਕਿਹੜੀ ਜਗ੍ਹਾ? ਗੋਇੰਦਵਾਲ ਸਾਹਿਬ ਵਿਖੇ ਉਹ ਜੋਤੀ ਜੋਤ ਸਮਾ ਗਏ ਸਨ। ਸੋ ਆਪਾਂ ਅੱਜ ਲਾਸਟ ਗੁਰੂ ਨੂੰ ਡਿਸਕਸ ਕਰਾਂਗੇ। ਪੰਜ ਗੁਰੂ ਸਾਹਿਬਾਨ ਨੂੰ ਅੱਜ ਦੀ ਵੀਡੀਓ ਤੇ ਪੰਜ ਗੁਰੂ ਸਾਹਿਬਾਨ ਨੂੰ ਪੂਰੀ ਡਿਟੇਲ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਲਾਸਟ ਗੁਰੂ ਆਪਾਂ ਗੱਲ ਕਰਦੇ ਆਪਣੇ ਗੁਰੂ ਅਰਜਨ ਦੇਵ ਜੀ। ਗੁਰੂ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਨੇ। ਕਿੰਨਾ ਦੇ ਪੁੱਤਰ? ਬੀਬੀ ਭਾਨੀ ਤੇ ਗੁਰੂ ਰਾਮਦਾਸ ਜੀ ਪੁੱਤਰ ਸਨ। ਗੁਰੂ ਅਮਰਦਾਸ ਜੀ ਦੇ ਉਹ ਕੀ ਬਣੇ ਸਨ? ਦੋਤੇ ਸਨ। ਸੋ ਆਪਾਂ ਗੱਲ ਕਰੀਏ 1563 ਦੇ ਵਿੱਚ ਉਹਨਾਂ ਦਾ 1563 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1606 ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਪੁੱਛਿਆ ਜਾਵੇ ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਪਹਿਲੇ ਸ਼ਹੀਦ ਗੁਰੂ ਕਿਹੜੇ ਬਣੇ ਹੋਏ ਸਨ ਸਾਡੇ ਸਿੱਖਾਂ ਦੇ? ਤਾਂ ਹੋਏਗਾ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਹੋਏ ਸਨ। ਸੋ ਗੱਲ ਕੀਤੀ ਜਾਵੇ ਆਪਾਂ ਦੇਖਿਆ ਕਿ ਗੁਰੂ ਅਰਜਨ ਦੇਵ ਜੀ ਦਾ ਜੋ ਜਨਮ ਹੈ 1563 ਦੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਕਹਿੰਦੇ ਇਹ ਵੀ ਪੁੱਛਿਆ ਜਾ ਸਕਦਾ ਕਿ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੇ ਆਦਿ ਗ੍ਰੰਥ ਜੋ ਪਹਿਲੀ ਪੋਥੀ ਸੀ ਆਪਣੇ ਸਿੱਖ ਧਰਮ ਦੀ, ਜੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ ਉਸੇ ਤਰੀਕੇ ਦੇ ਨਾਲ ਪਹਿਲੀ ਜਿਹੜੀ ਸਕ੍ਰਿਪਟ ਸੀ ਜਿਹਦੇ ਵਿੱਚ ਗੁਰੂ ਸਾਹਿਬਾਨ ਦੀਆਂ ਬਾਣੀਸ ਨੂੰ ਐਡ ਕੀਤਾ ਗਿਆ ਸੀ, ਉਹ ਕਿਹਨਾਂ ਦੇ ਦੁਆਰਾ ਕੀਤਾ ਗਿਆ ਸੀ? ਉਹ ਕੀਤਾ ਗਿਆ ਸੀ ਆਦਿ ਗ੍ਰੰਥ ਨੂੰ ਕੰਪੋਜੀਸ਼ਨ ਕਿਸਨੇ ਕੀਤੀ ਸੀ? ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਤੇ ਉਹ ਲਿਖਿਆ ਕਿਹਨਾਂ ਦੇ ਦੁਆਰਾ ਗਿਆ ਸੀ? ਭਾਈ ਗੁਰਦਾਸ ਜੀ ਦੇ ਦੁਆਰਾ ਉਸਨੂੰ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਕਹਿੰਦੇ ਹੀ ਵਾਸ ਬੋਰਨ ਇਨ ਗੋਇੰਦਵਾਲ। ਉਹਨਾਂ ਦਾ ਜੋ ਜਨਮ ਹੋਇਆ ਸੀ ਉਹ ਵੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਇਸ ਤੋਂ ਇਲਾਵਾ ਕਹਿੰਦੇ ਦੇਖੋ ਜਿਹੜਾ ਅੰਮ੍ਰਿਤਸਰ ਸਾਹਿਬ ਹੈ, ਜੋ ਅੰਮ੍ਰਿਤਸਰ ਸ਼ਹਿਰ ਹੈ ਉਹ ਕਿਹਨਾਂ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ? ਗੁਰੂ ਅਮਰਦਾਸ ਜੀ ਦੇ ਗੁਰੂ ਰਾਮਦਾਸ ਜੀ ਦੇ ਦੁਆਰਾ ਕੀਤਾ ਗਿਆ ਸੀ, ਗੁਰੂ ਅਮਰਦਾਸ ਜੀ ਦੇ ਕਹਿਣ ਦੇ ਉੱਤੇ। ਤੇ ਉਸ ਦੀ ਜੋ ਕੰਸਟਰਕਸ਼ਨ ਵਰਕ ਹੈ ਉੱਥੇ ਹਰਮੰਦਰ ਸਾਹਿਬ ਦਾ ਜੋ ਕੰਸਟਰਕਸ਼ਨ ਵਰਕ ਹੈ ਉਹ ਕਿਸਨੇ ਕਰਵਾਇਆ ਸੀ? ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕਰਵਾਇਆ ਸੀ ਕੰਸਟਰਕਸ਼ਨ ਵਰਕ ਆਫ ਦਰਬਾਰ ਸਾਹਿਬ। ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਰੱਖਿਆ ਸੀ। ਪਹਿਲੇ ਗ੍ਰੰਥੀ ਕਿਹਨਾਂ ਨੂੰ ਰੱਖਿਆ ਸੀ? ਬਾਬਾ ਬੁੱਢਾ ਜੀ ਨੂੰ। ਤੇ ਨੀਂਹ ਪੱਥਰ ਕਿਹਨਾਂ ਤੋਂ ਰਖਵਾਇਆ ਸੀ? ਸਾਈਂ ਮੀਆਂ ਮੀਰ ਦੇ ਦੁਆਰਾ। ਸਾਈਂ ਮੀਆਂ ਮੀਰ ਦੇ ਦੁਆਰਾ ਨੀਂਹ ਪੱਥਰ ਰਖਵਾਇਆ ਸੀ ਤੇ ਪਹਿਲੇ ਗ੍ਰੰਥੀ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਰੱਖਿਆ ਸੀ। ਤੇ ਬਾਬਾ ਬੁੱਢਾ ਜੀ ਦੇ ਦੁਆਰਾ ਹੀ ਉਹਨਾਂ ਨੇ ਅੱਗੇ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ ਪੜਾਂਗੇ ਤਾਂ ਉਹਨਾਂ ਨੇ ਆਪਣੀ ਤੀਰ ਅੰਦਾਜ਼ੀ ਜੋ ਸਭ ਕੁਝ ਜੋ ਐਜੂਕੇਸ਼ਨ ਸੀ ਬਾਬਾ ਬੁੱਢਾ ਜੀ ਤੋਂ ਹੀ ਲਈ ਸੀ। ਹੁਣ ਜੋ ਮਸੰਦ ਸਿਸਟਮ ਕਿਹਨਾਂ ਨੇ ਸਟਾਰਟ ਕੀਤਾ ਸੀ? ਗੁਰੂ ਰਾਮਦਾਸ ਜੀ ਨੇ। ਉਸਨੂੰ ਥੋੜਾ ਸਟੈਂਡਰਡਾਈਜ਼ ਕਰਨ ਦੇ ਲਈ, ਥੋੜਾ ਸਟਰੈਂਥ ਦੇਣ ਦੇ ਲਈ ਇਹਨਾਂ ਨੇ ਕੀ ਸਟਾਰਟ ਕਰ ਸਿਸਟਮ ਸਟਾਰਟ ਕੀਤਾ ਸੀ। ਮੰਜੀ ਪ੍ਰਥਾ ਗੁਰੂ ਅਮਰਦਾਸ ਜੀ, ਮਸੰਦ ਸਿਸਟਮ ਗੁਰੂ ਰਾਮਦਾਸ ਜੀ ਤੇ ਅੱਗੇ ਨੈਕਸਟ ਗੱਲ ਕਰੀਏ ਦਸਵੰਧ ਸਿਸਟਮ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸਟਾਰਟ ਕੀਤਾ ਗਿਆ ਸੀ। ਨੈਕਸਟ ਗੱਲ ਕਰੀਏ ਕਹਿੰਦੇ ਗੁਰੂ ਅਰਜਨ ਇੰਸਟਾਲ ਦਾ ਸਕ੍ਰਿਪਚਰ ਇਨ ਸਿੱਖਿਜ਼ਮ ਇਨਸਾਈਡ ਦਾ ਨਿਊ ਟੈਂਪਲ। ਕਹਿੰਦੇ ਜੋ ਆਦਿ ਗ੍ਰੰਥ ਸੀ ਉਸਨੂੰ ਦਰਬਾਰ ਸਾਹਿਬ ਦੇ ਵਿੱਚ ਇੰਸਟਾਲ ਕਦੋਂ ਕੀਤਾ ਗਿਆ ਸੀ? 1604 ਦੇ ਵਿੱਚ ਇਸ ਨੂੰ ਇੰਸਟਾਲ ਕੀਤਾ ਗਿਆ ਸੀ। ਕਿਸ ਦੇ ਵਿੱਚ ਇੰਸਟਾਲ ਕੀਤਾ ਗਿਆ ਸੀ? ਸਾਡੇ ਦਰਬਾਰ ਸਾਹਿਬ ਦੇ ਵਿੱਚ। ਨੈਕਸਟ ਗੱਲ ਕਰੀਏ ਬਹੁਤ ਇੰਪੋਰਟੈਂਟ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸਿੱਖਾਂ ਦੀ ਕਿਹੜੀ ਰਚਨਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ, ਜਾਂ ਕਿਹੜੀ ਰਚਨਾ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਰਚੀ ਗਈ ਹੈ? ਬਹੁਤ ਇੰਪੋਰਟੈਂਟ, ਸੁਖਮਨੀ ਸਾਹਿਬ। ਠੀਕ ਹੈ, ਕਿਹੜੀ ਕੰਪੋਜੀਸ਼ਨ ਹੈ ਗੁਰੂ ਅਰਜਨ ਦੇਵ ਜੀ ਦੀ? ਸੁਖਮਨੀ ਸਾਹਿਬ ਲਿਖੀ ਗਈ ਹੈ ਗੁਰੂ ਅਰਜਨ ਦੇਵ ਜੀ ਦੇ ਦੁਆਰਾ। ਇਸ ਤੋਂ ਇਲਾਵਾ ਉਹਨਾਂ ਨੇ ਸੰਤੋਖਸਰ ਸਰੋਵਰ ਦੀ ਕੰਸਟਰਕਸ਼ਨ ਨੂੰ ਕੰਪਲੀਟ ਕਰਵਾਇਆ ਸੀ। ਸੰਤੋਖਸਰ ਸਰੋਵਰ ਮਤਲਬ ਕਿ ਜੋ ਆਪਣਾ
ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਹੈ, ਰਾਮ ਦਾ ਸਰੋਵਰ ਵੀ ਕਹਿੰਦੇ ਨੇ ਉਸਨੂੰ, ਲੇਕ ਆਫ ਪੀਸ ਵੀ ਕਹਿੰਦੇ ਨੇ। ਉਸ ਦੀ ਕੰਸਟਰਕਸ਼ਨ ਵਰਕ ਨੂੰ ਕੰਪਲੀਟ ਕਰਵਾਇਆ ਗੁਰੂ ਅਰਜਨ ਦੇਵ ਜੀ ਨੇ। ਇਸ ਤੋਂ ਇਲਾਵਾ ਉਹਨਾਂ ਨੇ ਲੇਕ ਆਫ ਗੰਗੋਆ, ਜਿਸ ਨੂੰ ਗੋਂਗਸਰ ਕਹਿੰਦੇ ਨੇ, ਫਾਊਂਡ। ਤੇ ਇਹ ਵੀ ਪੁੱਛਿਆ ਜਾਏਗਾ ਉਹਨਾਂ ਨੇ ਕਿਹੜਾ ਸ਼ਹਿਰ ਵਸਾਇਆ? ਤਰਨਤਾਰਨ ਸਾਹਿਬ, ਕਰਤਾਰਪੁਰ ਜੋ ਅੱਜ ਕੱਲ੍ਹ ਇੰਡੀਆ ਦੇ ਵਿੱਚ ਹੈ, ਤੇ ਹਰਗੋਬਿੰਦਪੁਰ। ਹਰਗੋਬਿੰਦਪੁਰ ਸ਼ਹਿਰ ਉਹਨਾਂ ਨੇ ਆਪਣੇ ਪੁੱਤਰ ਦੇ ਨਾਮ ਗੁਰੂ ਹਰਗੋਬਿੰਦ ਜੀ ਦੇ ਨਾਮ ਦੇ ਉੱਤੇ ਲਿਖਿਆ ਸੀ। 3 ਸ਼ਹਿਰ ਵਸਾਏ ਗਏ, ਬਟ ਐਗਜ਼ਾਮ ਦੇ ਵਿੱਚ ਤਰਨਤਾਰਨ ਸਾਹਿਬ ਸਭ ਤੋਂ ਜ਼ਿਆਦਾ ਪੁੱਛਿਆ ਜਾਂਦਾ ਹੈ। ਹਰਗੋਬਿੰਦਪੁਰ, ਤਰਨਤਾਰਨ ਸਾਹਿਬ ਤੇ ਕਰਤਾਰਪੁਰ ਸਾਹਿਬ ਹੈ ਜੋ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਵਸਾਇਆ ਗਿਆ। ਹੁਣ ਕਰਤਾਰਪੁਰ ਸਾਹਿਬ ਇੱਕ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਵਸਾਇਆ ਗਿਆ, ਬਟ ਉਹ ਅੱਜ ਕੱਲ੍ਹ ਕਿੱਥੇ ਮਿਲਦਾ ਹੈ? ਉਹ ਅੱਜ ਕੱਲ੍ਹ ਸਾਨੂੰ ਪਾਕਿਸਤਾਨ ਦੇ ਵਿੱਚ ਮਿਲਦਾ ਹੈ, ਤੇ ਜੋ ਪੰਜਾਬ ਦੇ ਵਿੱਚ ਮਿਲਦਾ ਹੈ ਉਹ ਅਸੀਂ ਇੱਥੇ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਵਸਾਇਆ ਗਿਆ। ਪਰ ਰਿਵਾਈਜ਼ ਕਰ ਲਈਏ, ਸੋ ਇਹ ਲਾਸਟ ਅੱਜ ਦੇ ਵੀਡੀਓ ਦੇ ਵਿੱਚ ਹੋਣਗੇ। ਨੈਕਸਟ 5th ਗੁਰੂ ਦੇ ਬਾਰੇ ਆਪਾਂ ਕੱਲ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਗੁਰੂ ਅਰਜਨ ਦੇਵ ਜੀ ਦਾ ਜੋ ਜਨਮ ਹੋਇਆ 1563 ਗੋਇੰਦਵਾਲ ਵਿਖੇ ਹੋਇਆ। ਮਾਤਾ ਤੇ ਪਿਤਾ ਜੀ ਦਾ ਨਾਮ ਤੁਹਾਨੂੰ ਸਭ ਨੂੰ ਪਤਾ ਹੈ, ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ। ਉਹਨਾਂ ਦੀ ਜੋ ਪਤਨੀ ਹੋਏ ਨੇ ਉਹ ਮਾਤਾ ਗੰਗਾ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਦੇ ਪੁੱਤਰ ਦੀ ਗੱਲ ਕਰੀਏ, ਹਰਗੋਬਿੰਦ ਸਾਹਿਬ ਹੋਏ ਨੇ ਜੋ ਸਿੱਖਾਂ ਦੇ 6ਵੇਂ ਗੁਰੂ ਬਣੇ, ਗੁਰੂ ਹਰਗੋਬਿੰਦ ਜੀ। ਤੇ ਉਹਨਾਂ ਦੇ ਹਰਗੋਬਿੰਦ ਨਾਮ ਦੇ ਆਪਣੇ ਬੱਚੇ ਦੇ ਨਾਮ ਦੇ ਉੱਤੇ, ਜਿਸ 6ਵੇਂ ਗੁਰੂ ਸਾਹਿਬਾਨ ਜੀ ਦੇ ਨਾਮ ਦੇ ਉੱਤੇ ਹਰਗੋਬਿੰਦਪੁਰ ਸ਼ਹਿਰ ਵਸਾਇਆ ਸੀ। ਉਹਨਾਂ ਦਾ ਜੋ ਗੱਦੀ ਦਾ ਟਾਈਮ ਪੀਰੀਅਡ ਉਹ 1581 ਤੋਂ ਲੈ ਕੇ 1606 ਦਾ ਰਿਹਾ। ਉਹਨਾਂ ਨੇ ਕਿਹੜੀ ਕੰਸਟਰਕਸ਼ਨ ਵਰਕ ਨੂੰ ਕੰਪਲੀਟ ਕੀਤਾ? ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਟੈਂਕ ਦਾ, ਸੰਤੋਖਸਰ ਸਰੋਵਰ ਤੇ ਰਾਮਸਰ ਸਰੋਵਰ ਨੂੰ ਉਹਨਾਂ ਨੇ ਕੰਪਲੀਟ ਕੀਤਾ ਸੀ। ਹਰਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੀ ਜੋ ਕੰਸਟਰਕਸ਼ਨ ਵਰਕ ਹੈ ਉਹ ਵੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ। ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਹਰਮੰਦਰ ਸਾਹਿਬ ਦੀ ਜਿਹੜੀ ਨੀਂਹ ਪੱਥਰ ਹੈ ਉਹ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਦੇ ਦੁਆਰਾ ਰਖਵਾਈ ਗਈ ਸੀ। ਤਰਨਤਾਰਨ ਸਾਹਿਬ ਉਹਨਾਂ ਨੇ 1590 ਦੇ ਵਿੱਚ ਫਾਊਂਡ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਤੇ ਹਰਗੋਬਿੰਦਪੁਰ ਸ਼ਹਿਰ ਵੀ ਵਸਾਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਰੁਹਿਲਾ ਵਿਲੇਜ ਐਂਡ ਰੀਨੇਮ ਇਟ ਐਟ ਗੁਰੂ ਸ਼੍ਰੀ ਹਰਗੋਬਿੰਦਪੁਰ, ਉਹੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਉਹਨਾਂ ਨੇ ਆਪਣੇ ਪੁੱਤਰ ਦੇ ਨਾਮ ਦੇ ਉੱਤੇ ਇਹ ਸ਼ਹਿਰ ਵਸਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦਸਵੰਧ ਸਿਸਟਮ ਸਟਾਰਟ ਕੀਤਾ ਸੀ। ਉਹਨਾਂ ਦੇ ਸਮਕਾਲੀ ਅਕਬਰ ਤੇ ਜਹਾਂਗੀਰ ਰਹੇ ਨੇ, ਤੇ ਜਹਾਂਗੀਰ ਨੇ ਹੀ ਗੁਰੂ ਸਾਹਿਬਾਨ ਨੂੰ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਕੀ ਦਿੱਤਾ ਗਿਆ ਸੀ? ਹੁਕਮ ਦਿੱਤਾ ਸੀ, ਇਸ ਜਹਾਂਗੀਰ ਨੇ ਦਿੱਤਾ ਸੀ। ਉਹਨਾਂ ਦੇ ਸਕਸੈਸਰ ਉਹਨਾਂ ਦੇ ਹੀ ਪੁੱਤਰ ਗੁਰੂ ਹਰਗੋਬਿੰਦ ਜੀ ਰਹੇ ਨੇ। ਤੇ ਨੈਕਸਟ ਹੈ ਕਹਿੰਦੇ ਫਸਟ ਸਿੱਖ ਗੁਰੂ ਟੂ ਬੀ ਮਾਰਟਾਇਰਡ, ਮਤਲਬ ਕਿ ਪਹਿਲੇ ਕਿਹੜੇ ਗੁਰੂ ਸਾਹਿਬਾਨ ਨੇ ਜੋ ਸ਼ਹੀਦ ਹੋਏ ਸਨ? ਗੁਰੂ ਅਰਜਨ ਦੇਵ ਜੀ ਹੋਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਪੋਥੀ ਸਾਹਿਬ ਆਦਿ ਗ੍ਰੰਥ ਦੀ ਰਚਨਾ ਕਰਵਾਈ ਸੀ, ਤੇ 1606 ਲਾਹੌਰ ਵਿਖੇ ਉਹ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਅੱਜ ਦੇ ਲਈ ਇਨਫ ਹੈ। ਜੋ ਨੈਕਸਟ 5 ਗੁਰੂ ਨੇ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਸੋ ਥੈਂਕ ਯੂ ਸੋ ਮਚ।